ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਓ ਪਰਚੋ ਲਾਵਾ। ਪਰਚੋ ਲਾਵਾ। ਪੱਪਾ ਅਪਰ ਪਾਰ ਨਹੀਂ ਪਾਵਾ। ਸ਼ਬਦ ਨਾਲ ਸੁਰਤ ਨੇ ਜੁੜ ਜਾਣਾ। ਸ਼ਬਦ ਖੋਜਿਆ, ਖੋਜ ਦੀ ਸਾਰੇ ਸੁਰਤ ਨੇ ਜੁੜ ਜਾਣਾ ਉਹਦੇ ਨਾਲ। ਜਿਵੇਂ ਚੁੰਬਕ ਦੇ ਨਾਲ ਲੋਹਾ ਫਟ ਜੁੜ ਜਾਂਦਾ, ਬਸ ਪੇ ਜੁੜਿਆ ਹੋਇਆ, ਫਿਰ ਉਹਨੇ ਕੀ ਕਰਨਾ? ਉਹਦੇ ਨਾਲ ਜੁੜਿਆ ਹੀ ਰਹਿਣਾ ਅਸੀਂ। ਉਹ ਸ਼ਬਦ ਗਿਆਨ ਸਰੂਪ ਹੈ। ਉਹ ਸ਼ਬਦ ਤੋਂ ਲਗਾਤਾਰ ਪ੍ਰਾਪਤੀ ਹੈ। ਇਹ ਪ੍ਰਾਪਤੀ ਹੈ ਜਿਵੇਂ ਬਛੜੇ ਦੇ, ਗਾਏ ਦੇ ਬਛੜੇ ਦੇ ਮੂੰਹ 'ਚ ਥਣ ਆ ਗਿਆ ਭੁੱਖੇ ਦੇ, ਉਹ 'ਚੋਂ ਰਸ ਆਈ ਜਾਂਦਾ, ਉਹਨੂੰ ਦੁੱਧ ਆਈ ਜਾਂਦਾ। ਬਸ ਲਗਾਤਾਰ ਐਨਰਜੀ ਮਿਲਦੀ ਹੈ ਉਹਨੂੰ। ਜਿਹੜਾ ਲੋਹਾ ਉਹਨੂੰ ਐਨਰਜੀ ਲਗਾਤਾਰ ਮਿਲਦੀ ਹੈ। ਚੁੰਬਕ ਚੋਂ ਜ਼ਿਆਦਾ ਐਨਰਜੀ ਮਿਲਣ ਤੇ ਹਟ ਗਈ, ਜਦੋਂ ਟੁੱਟ ਕੇ ਥੱਲੇ ਚਲਾ ਜਾਊਗਾ। ਜਦੋਂ ਉਹਦੀ ਰੇਂਜ ਵਿੱਚ ਆ ਜਾਂਦਾ, ਜਦੋਂ ਹੀ ਉਹ ਚੁੰਬਕ ਬਣ ਜਾਂਦਾ। ਲੋਹਾ ਵੀ ਮੈਗਨੇਟ ਬਣ ਜਾਂਦਾ। ਮੈਗਨੇਟ ਵਾਲੀਆਂ ਖੂਬੀਆਂ ਲੋਹੇ 'ਚ ਪੈਦਾ ਹੋ ਜਾਂਦੀਆਂ। ਉਦੋਂ ਸ਼ਾਇਦ ਮੈਗਨੇਟ ਦੀ ਗੱਲ ਨਹੀਂ ਕੀਤੀ ਗੁਰਬਾਣੀ 'ਚ। ਉਹਨਾਂ ਨੇ ਕੀਤੀ ਹੈ ਚੰਦਨ ਦੇ ਬਿਰਛ ਦੀ ਗੱਲ। ਉਹ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ। ਪਰ ਗੁਰਬਾਣੀ ਨੇ ਤੋਂ ਉਹਨਾਂ ਉਦੋਂ ਇਹ ਤੁਸਟੀ ਗੱਲ ਹੋ ਰਹੀ ਨਹੀਂ ਸੀ। ਹੋ ਸਕਦਾ ਮੈਗਨੇਟ ਦੀ ਖੋਜ ਉਦੋਂ ਨਾ ਹੋਈ ਹੋਵੇ, ਉਦੋਂ ਨਾ ਹੋਵੇ। ਜੋ ਪਬਲਿਕ ਦੇ ਸਾਹਮਣੇ ਚੀਜ਼ ਨਹੀਂ, ਪਬਲਿਕ ਨੂੰ ਉਹਦੀ ਮਿਸਾਲ ਐਗਜ਼ਾਮਪਲ ਨਹੀਂ ਦਿੱਤੀ ਜਾਂਦੀ ਜਾ ਸਕਦੀ, ਜੋ ਹੈ ਹੀ ਨਹੀਂ ਸਾਹਮਣੇ। ਮੈਗਨੇਟ ਦੀ ਮਿਸਾਲ ਬਹੁਤ ਜ਼ਿਆਦਾ ਚੰਗੀ ਹੈ। ਜਿਵੇਂ ਅਸੀਂ ਆਮ ਆਦਮੀ, ਆਮ ਪਬਲਿਕ ਜਦੋਂ ਕਿਸੇ ਗੁਰਦੁਆਰੇ ਜਾਂਦੀ ਹੈ, ਗੁਰਦੁਆਰੇ ਜਾਣ ਦਾ ਹੀ ਪ੍ਰਭਾਵ ਉਹ 'ਤੇ ਪੈ ਜਾਂਦਾ, ਪੈਂਦਾ ਨਾ। 99% ਲੋਕਾਂ 'ਤੇ ਪੈ ਜਾਂਦਾ। ਬਹੁਤ ਘੱਟ ਐਕਸੈਪਸ਼ਨ ਹੈ ਕਿ ਉਹਦੇ 'ਤੇ ਨਾ ਪਵੇ। ਜੇ ਪੈਂਦਾ ਤਾਂ ਉਹਦੇ 'ਤੇ ਵੀ ਹੈ, ਸਾਰਿਆਂ 'ਤੇ ਪੈਂਦਾ। ਉਹ ਅਲੱਗ ਗੱਲ ਹੈ ਵੀ ਉੱਥੋਂ ਚੋਰੀ ਵੀ ਕਰ ਲੈਂਦੇ ਨੇ ਜਾਂ ਕੁਛ ਹੋਰ ਕਰ ਲੈਂਦੇ ਨੇ, ਪ੍ਰਭਾਵ ਉਹਨਾਂ 'ਤੇ ਹੁੰਦਾ ਇਸ ਗੱਲ ਦਾ। ਇਹ ਵੀ ਹੁੰਦਾ ਵੀ ਗਲਤ ਕਰਦੇ ਹਾਂ ਅਸੀਂ, ਪ੍ਰਭਾਵ ਉਹਨਾਂ 'ਤੇ ਜ਼ਰੂਰ ਹੁੰਦਾ। ਇਵੇਂ ਜਿਵੇਂ ਮੈਗਨੇਟ ਰੇਂਜ 'ਚ ਆ ਕੇ ਪ੍ਰਭਾਵ ਪੈ ਜਾਂਦਾ, ਇਹੋ ਜਿਹਾ ਪ੍ਰਭਾਵ। ਦੂਰ ਹੈ ਜੋ ਟੱਚ ਨਹੀਂ ਕੀਤਾ, ਦੂਰੋਂ ਪ੍ਰਭਾਵ ਪੈਂਦਾ। ਇਵੇਂ ਗੁਰਬਾਣੀ ਦਾ ਪ੍ਰਭਾਵ ਪੈਂਦਾ ਸਾਡੇ। ਮਨ ਜੇ ਚਿੱਤ ਦੇ ਨੇੜੇ ਜਾਂਦਾ ਤਾਂ ਮਨ ਦੇ ਉੱਤੇ ਉਹਦਾ ਪ੍ਰਭਾਵ ਪੈਂਦਾ, ਅੰਤਰਮੁਖੀ ਹੋਣ ਦੇ ਨਾਲ ਪ੍ਰਭਾਵ ਪੈਂਦਾ। ਹਾਲਾਂਕਿ ਜੋਗੀਆਂ ਨੂੰ ਅਰੇ ਇਹਨਾਂ ਨੂੰ ਲੋਕਾਂ ਨੂੰ ਕੁਛ ਨਹੀਂ ਮਿਲਦਾ, ਪਰ ਜਦ ਅੰਦਰ ਨੂੰ ਵੀ ਝਾਕਦੇ ਨੇ, ਜਦ ਵੀ ਉਹਦਾ ਜਿਹੜਾ ਬਾਹਰਲਾ ਸੁਭਾਅ ਹੈ ਛੱਡਿਆ ਹੋਇਆ, ਅੰਦਰਲਾ ਹੋਰ ਪ੍ਰਭਾਵ ਪੈ ਜਾਂਦਾ। ਜਦ ਆਪਾਂ ਕਹਿੰਦੇ ਵੀ ਆਪਣੀ ਆਤਮਾ ਪਰਮਾਤਮਾ ਨੂੰ ਜਾਣ ਕੇ ਗੱਲ ਕਰ, ਬਈ ਪੈ ਗਿਆ ਨਾ ਪ੍ਰਭਾਵ, ਬੋਝ ਪੈ ਗਿਆ। ਤੂੰ ਗੁਰਦੁਆਰੇ ਵੜ ਕੇ ਗੱਲ ਕਹਿ, ਬਈ ਪੈ ਗਿਆ ਨਾ ਬੋਝ, ਬੋਝ ਪੈ ਗਿਆ। ਉਹ ਪ੍ਰਭਾਵ ਹੈ, ਬੋਝ। ਇਹ ਤਾਂ ਹੈ ਪਹਿਲੀ ਸਟੇਜ ਦੀ ਗੱਲ। ਪਰ ਜੇ ਜੁੜ ਗਿਆ, ਜਿਹੜਾ ਜੁੜਿਆ ਹੋਇਆ, ਜਿਹੜਾ ਜੁੜੇ ਹੀ ਰਹਿੰਦਾ, ਜਿਹਨੂੰ ਪਤਾ ਵੀ ਪ੍ਰਭਾਵ ਕਿੱਥੋਂ ਪੈਂਦਾ, ਕਿਉਂ ਪੈਂਦਾ, ਕਿਹੜੀ ਗੱਲ ਦਾ ਪੈਂਦਾ, ਜਿਹਨੇ ਸਾਰਾ ਕੁਝ ਖੋਜ ਲਿਆ, ਉਹ ਗੱਲ ਹੋਰ ਹੈ। ਜਦੋਂ ਜੁੜ ਗਿਆ ਮੈਗਨੇਟ ਦੇ ਨਾਲ ਲੋਹਾ, ਤਾਂ ਉਹਦੇ ਨਾਲ ਹੋਰ ਲੋਹਾ ਜੁੜ ਜਾਂਦਾ ਹੈ। ਆਪ ਤਾਂ ਜੁੜਿਆ ਹੋਇਆ, ਹੋਰ ਵੀ ਚੱਕ ਲੈਂਦਾ। ਉਹਦੇ ਨਾਲ ਪਿੱਛੇ ਆ ਕੇ ਲੋਹਾ ਜੁੜ ਜਾਂਦਾ, ਹੋਰ ਲੋਹੇ ਨੂੰ ਵੀ ਉਹ ਵੀ ਚੱਕ ਲੈਂਦਾ, ਲੋਹੇ। ਇਵੇਂ ਸਿੱਖਾਂ ਨੇ ਹੋਰ ਗਾਹਾਂ ਸਿੱਖ ਬਣਾ ਲਏ। ਚਾਹੇ ਇੰਨੀ ਉਹਨਾਂ ਕੋਲ ਸ਼ਕਤੀ ਨਹੀਂ ਸੀ, ਇੰਨੀ ਬੁੱਧ ਨਹੀਂ ਸੀ ਜਿੰਨੀ ਬੁੱਧ ਉਦੋਂ, ਜਿਨ੍ਹਾਂ ਨੂੰ ਉਹ ਗੁਰੂ ਮੰਨਦੇ ਸੀ ਜਾਂ ਆਗੂ ਮੰਨਦੇ ਸੀ, ਭਗਤ ਮੰਨਦੇ ਸੀ, ਉਹਨਾਂ ਜਿੰਨੀ ਚਾਹੇ ਬੁੱਧ ਨਹੀਂ ਸੀ, ਪਰ ਫਿਰ ਵੀ ਉਹਨਾਂ ਉਹ ਪ੍ਰਭਾਵ ਪਾ ਸਕਦੇ ਨੇ। ਇੱਥੋਂ ਵੀ
ਥੋੜੇ ਗਿਆਨ ਵਾਲੇ ਵੀ ਉਦੋਂ ਥੋੜੇ ਗਿਆਨ ਨਾਲ ਤੇ ਪ੍ਰਭਾਵ ਪਾ ਲੈਂਦੇ, ਪੈਂਦਾ ਪ੍ਰਭਾਵ। ਪੱਪਾ ਅਪਾਰ ਪਾਰ ਨਹੀਂ ਪਾਵਾ। ਇਹ ਜਿਹੜਾ ਹੁਕਮ ਹੈ ਇਹ ਅਪਾਰ ਹੈ। ਅਪਾਰ ਕਿਉਂ? ਮਹਿਜ਼ ਆਦਮੀ ਵਾਸਤੇ ਨਹੀਂ ਹੈ ਹੁਕਮ, ਗੁਰਬਾਣੀ ਸਾਡੇ ਵਾਸਤੇ। ਇਹ ਆਦਮੀ ਦੀ ਬੋਲੀ ਚਾਹੀਏ, ਉਹ ਬੋਲੀ ਨਹੀਂ ਹੈ ਸਾਡੀ, ਇਸ ਕਰਕੇ ਕੰਨਾਂ ਨਾਲ ਸੁਣਨ ਵਾਲੀ ਨਹੀਂ। ਜਿਵੇਂ ਅੱਗ ਦੀ ਇੱਕ ਬੋਲੀ ਹੈ, ਭਾਸ਼ਾ, ਕੀੜੀ ਚਲੀ ਜਾਵੇ, ਇੱਥੇ ਅੱਗ ਪਈ ਹੋਵੇ, ਇੱਥੋਂ ਜ਼ਿਆਦਾ ਉਹਨੂੰ ਸੇਕ ਮਹਿਸੂਸ ਹੋਣਾ, ਉਹਨੇ ਪਿੱਛੇ ਮੁੜਿਆ ਹੋਣਾ। ਉਹ ਸੇਕ ਦੀ ਬੋਲੀ ਕੀੜੀ ਸਮਝਦੀ ਹੈ ਨਾ। ਸੇਕ ਦੀ ਬੋਲੀ ਹੋਰ ਹੈ, ਬਸ ਜਿਹੜੀ ਸੇਕ ਹੈ ਉਹਦੇ ਵਿੱਚ ਜਿਹੜਾ ਸੇਕ ਹੈ, ਹੀਟ ਹੈ, ਉਹਦੀ ਆਪਣੀ ਬੋਲੀ ਹੈ। ਕੋਈ ਜਾਨਵਰ ਨੇੜੇ ਜਾਵੇ ਦੂਰੋਂ ਹੀ ਮੁੜਿਓ, ਉਹਨੇ ਕਹਿਤਾ ਵੀ ਗਾਂ ਨਾ ਹੀ, ਕਿ ਉਹਦੇ ਗਿਆਨ ਅੰਦਰ ਲੱਗਿਆ ਹੈ ਨਾ, ਮਹਿਸੂਸ ਕਰਨ ਵਾਲੀ ਸ਼ਕਤੀ ਲੱਗੀ ਹੈ ਨਾ, ਦੇਤਾ ਨਾ ਗਿਆਨ। ਉਹ ਸ਼ਬਦ ਡਾਇਰੈਕਟ ਗਿਆਨ ਦਿੰਦਾ ਹੈ, ਕੰਨਾਂ ਨਾਲ ਸੁਣਨ ਵਾਲੀ ਗੱਲ ਨਹੀਂ। ਉਹ ਹੱਥ ਲਾਇਆ ਕਿਸੇ ਚੀਜ਼ ਨੂੰ, ਗਰਮ ਸੀ ਜ਼ਿਆਦਾ, ਇੱਕਦਮ ਹੱਥ ਪਿੱਛੇ ਕਰ ਲਿਆ, ਪਰ ਕਰ ਲਿਆ ਨਾ, ਉਹਨੇ ਬੋਲ ਕੇ ਦੱਸਿਆ ਵੀ ਹੱਥ ਨਾਲ ਲਾਈ, ਮੈਨੂੰ ਪਿੱਛੇ ਹੋ ਜਾ। ਬੋਲੀ ਹੈ ਨਾ ਉਹਦੀ, ਅੱਗ ਦੀ ਬੋਲੀ ਹੈ, ਸਾਰਿਆਂ ਵਾਸਤੇ ਹੀ ਹੈ, ਇੱਕੋ ਬੋਲੀ ਸਾਰਿਆਂ ਵਾਸਤੇ ਹੀ ਹੈ, ਆਦਮੀ ਵਾਸਤੇ ਵੀ ਹੈ, ਜਾਨਵਰ ਵਾਸਤੇ ਵੀ ਹੈ। ਸਭ ਜੀਵਾਂ ਇੱਕ ਇਹ ਵੀ ਮਿਸਾਲ ਹੈ, ਇਸ ਕਰਕੇ ਉਹ ਜਿਹੜੀ ਬੋਲੀ ਹੈ ਨਾ, ਉਹ ਸ਼ਬਦ ਦੀ, ਉਹ ਸਾਰਿਆਂ ਵਾਸਤੇ ਇੱਕੋ ਹੀ ਹੈ। ਜਿਹਨੂੰ ਉਹਨੇ ਸਪਰਸ਼ ਦੇਣਾ, ਉਹਦੀ ਬੋਲੀ ਜਿਹਨੂੰ ਸਮਝਾ ਦੇਣਾ। ਅੱਗ ਨੇ ਜਿਹਨੂੰ ਸਪਰਸ਼ ਦੇਣਾ, ਹਾਥੀ ਹੋਵੇ, ਹਾਥੀ ਤੋਂ ਕੀੜੀ ਤੱਕ ਜਾਨਵਰ ਹੋਵੇ, ਚਾਹੇ ਪੇੜ ਪੌਦਾ ਹੋਵੇ, ਸਭ ਨੂੰ ਦੱਸ ਦੇਣਾ, ਸਭ ਦੇ ਉੱਤੇ ਪ੍ਰਭਾਵ ਪਾ ਦੇਣਾ ਬਸ। ਇਹ ਜਿਹੀ ਸ਼ਬਦ ਦੀ ਐ ਬੋਲੀ ਹੈ। ਜਿਵੇਂ ਤੱਤਾਂ ਦੀ ਬੋਲੀ ਹੈ, ਪੰਜ ਤੱਤ ਨੇ ਮਾਇਆ ਦੇ, ਇਹਨਾਂ ਦਾ ਆਪਣਾ ਬੋਲੀ, ਇਹਨਾਂ ਦਾ ਆਪਣਾ ਸੁਭਾਅ ਬੋਲੀ। ਉਹ ਸ਼ਬਦ ਦੀ ਇਹ ਜਿਹੀ ਬੋਲੀ ਹੈ, ਆਹ ਬੋਲੀ ਨਹੀਂ। ਸਮਝਣ ਦੀ ਲੋੜ ਨਹੀਂ, ਉਹਨੂੰ ਮਹਿਸੂਸ ਕਰਨ ਦੀ ਲੋੜ। ਅੱਗ ਮਹਿਸੂਸ ਕੀਤੀ ਹੈ, ਉਹ ਤਾਂ ਸਮਝਾਉਣ ਵਾਲੀ ਚੀਜ਼ ਹੈ, ਸਮਝਣ ਵਾਲੀ ਚੀਜ਼ ਨਹੀਂ। ਜੋ ਸਮਝਣਾ ਸੀ ਉਹਦਾ ਸਮਝ ਲਿਆ ਨਾ। ਭਰਮ ਦਾ ਨਾਸ ਕਿਵੇਂ ਹੋਣਾ ਹੈ? ਜਿਹੜਾ ਅਸੀਂ ਭਰਮ ਲੈ ਕੇ ਆਏ ਸੀ, ਉਹ ਸਾਡੀ ਬੁੱਧੀ ਤੋਂ ਪਰੇ ਹੈ ਸ਼ਬਦ। ਜਿਹੜਾ ਬੁੱਧੀ ਤੋਂ ਪਰੇ ਹੁੰਦਾ ਨਾ, ਮਨ ਬੁੱਧੀ ਤੋਂ, ਉਹਨੂੰ ਸਮਝ ਨਹੀਂ ਸਕਦੇ ਅਸੀਂ। ਉਹ ਸਮਝਾਉਣ ਵਾਲਾ ਹੀ ਹੈ। ਤੱਤੇ ਤੱਤ ਮਿਲਿਆ ਸੁਖ ਪਾਵਾ। ਜੋ ਤੱਤ ਸਾਡੇ ਕੋਲ ਹੈ, ਜਿਹੜੀ ਕਮੀ ਰਹੇਗੀ ਤਾਦੀ, ਉਹ ਤੱਤ ਹੋਰ ਪੈ ਜਾਣਾ ਉਹ 'ਚ। ਰੈਡੀਮੇਡ ਸੋਝੀ ਪੈਣੀ ਆ ਉਹ। ਜਿਵੇਂ ਕੁਛ ਤਾਂ ਅਸੀਂ ਪਾਣੀ ਦੇ ਦਿੱਤਾ ਕਿਆਰੇ ਦੇ ਵਿੱਚ, ਪਤਲਾ ਪਤਲਾ ਪਾਣੀ ਫਿਰ ਗਿਆ, ਥੋੜਾ ਥੋੜਾ ਕਿਤੇ ਰਹਿ ਵੀ ਗਿਆ, ਤਗੜਾ ਪੈ ਗਿਆ ਵੀ ਪੂਰਾ ਕਿਆਰਾ ਫੁੱਲ ਹੋ ਗਿਆ। ਬਿਜਲੀ ਤਾਂ ਚਲੀ ਗਈ ਸੀ, ਇਹ ਤੇਲ ਤਾਂ ਮੁੱਕ ਗਿਆ ਸੀ, ਕਿਆਰਾ ਤਾਂ ਭੁੱਖਾ ਰਹਿ ਗਿਆ ਸੀ ਉਹ। ਪਰ ਜਦ ਤੋਂ ਮੀਂਹ ਪਿਆ, ਜਿਹੜਾ ਪਹਿਲਾ ਸੀ ਉਹ ਪੂਰਾ ਫੁੱਲ ਕਰਤਾ ਉਹਨੇ। ਇਹ ਤਾਂ ਉੱਤੋਂ ਮੀਂਹ ਪੈਣਾ, ਹੁਣ ਮੀਂਹ ਦੀ ਸੈਂਸ ਹੋ ਗਈ ਪਤਾ। ਉਹਦਾ ਅਸੀਂ ਮਾੜਾ ਮੋਟਾ ਆਪਣਾ ਹੀਲੇ ਜੋਗਾ ਗਿਆਨ ਲੈ ਲਿਆ, ਕਿਤੇ ਗਿੱਲਾ ਕਿਤੇ ਸੁੱਕਾ, ਕਿਤੇ ਗਿੱਲਾ ਕਿਤੇ ਸੁੱਕਾ। ਵੱਟਾਂ ਤਾਂ ਉਹਨੇ ਤੋੜੀਆਂ ਨਹੀਂ, ਜਿਹੜਾ ਉੱਤੋਂ ਪੈਣਾ। ਭੁੱਖਾਂ ਤਾਂ ਉਹਨੇ ਦੂਰ ਕਰ ਲਈਆਂ ਨੇ। ਤ੍ਰਿਸ਼ਨਾ ਭੁੱਖ ਤਾਂ ਜਦ ਉਤਰਦੀ ਹੈ। ਇਹ ਦਲੀਲਾਂ ਦਾ ਕੜਾਹ ਦਾ ਚਾਸ ਦਾ ਭੁੱਖਾ ਹੀ ਰਹਿਣਾ। ਪਹਿਲਾਂ ਭੁੱਖਾ ਤੇ ਭਰਮ ਭੁੱਖ ਕਰਕੇ ਹੀ ਹੈ। ਉਹ ਭੁੱਖ ਦਾ ਨਾਮ ਭਰਮ ਹੈ। ਸੰਤੋਖ ਦੇ ਬਾਅਦ ਵੀ ਜਿਹੜੀ ਭੁੱਖ ਹੈ
ਉਹ ਭੁੱਖਾਂ ਦੀ ਨਾਮ ਦੀ ਹੈ, ਉਹ ਵੀ ਤਾਂ ਭੁੱਖੇ ਉਦੋਂ ਤੱਕ ਭਰਮ ਨਵੇਂ ਤਾਂ ਭੁੱਖੇ ਆ ਰਹੇ ਉੱਥੇ ਹੈ ਜਾਂ ਭੁੱਖ ਹੈ। ਭਰਮ ਹੈਗਾ। ਭੁੱਖ ਦੂਰ ਕਾਹਦੇ ਨਾਲ ਹੋਊਗੀ? ਕਿਆਰਾ ਭੁੱਖਾ ਹੈ ਜੋ ਪਾਣੀ ਪੂਰਾ ਨਹੀਂ ਮਿਲਿਆ, ਉਹ ਤਾਂ ਫਿਰ ਵੀ ਪਊਗਾ। ਵੇਗੇ ਨੂੰ ਫਰਮਾਨ ਹੋਆ ਬਸ ਹੋ ਕਿਰਪਾ ਤਾਰ, ਉਹ ਤਾਂ ਉਹਦੇ ਨਾਲੇ ਪੂਰਾ ਹੋਣਾ। ਉਹਨਾਂ ਚਿਰ ਨੂੰ ਨਾਮ ਦੀ ਭੁੱਖ ਨਹੀਂ ਲੱਗਦੀ ਜਿੰਨਾ ਚਿਰ ਆ ਮਾਇਆ ਦੀ ਭੁੱਖ ਹੈ। ਬਸ ਆਹ ਗੱਲ ਹੈ, ਇਹਦਾ ਤਾਂ ਮਤਲਬ ਇਹ ਹੈ ਜਿਹੜੀ ਤੇਰੀ ਕਮੀ ਸੀ ਪੂਰੀ ਕਰਨਾ ਹੈ, ਉਹ ਕਿਉਂ ਨਹੀਂ ਹੋ ਰਹੀ? ਤੇਰੀ ਡਿਮਾਂਡ ਇਹਦੀ, ਅਰਦਾਸ ਇਹਦੀ, ਤੈਨੂੰ ਭੁੱਖੇ ਨਹੀਂ। ਭੁੱਖ ਕਿਉਂ ਨਹੀਂ? ਇਹ ਵੀ ਸਾਨੂੰ ਪਤਾ। ਆ ਸਰੀਰ ਦੀਆਂ ਭੁੱਖਾਂ ਨਹੀਂ ਖੜਾ ਛੱਡਦੀਆਂ। ਇੱਧਰੋਂ ਵੇਲੇ ਜੇ ਧਰਮ ਵੀ ਅਸੀਂ ਧਾਰਨ ਕੀਤਾ, ਉਹ ਵੀ ਸਰੀਰ ਦੀਆਂ ਭੁੱਖਾਂ ਵਾਸਤੇ ਵਰਤ ਰਹੇ ਉਹਨੂੰ। ਜੇ ਕੋਈ ਧਰਮ ਦਾ ਕੰਮ ਕਰਦੇ ਵੀ ਉਹ ਵੀ ਉਹੀ ਕੁਝ ਮੰਗਦੇ ਆ ਜਿਹੜੀਆਂ ਲੋੜਾਂ ਸਰੀਰ ਦੀਆਂ ਨੇ। ਸਰੀਰ ਦੀ ਲੋੜ ਨੂੰ ਭੁੱਖ ਬਣਾ ਲਿਆ, ਜਿਹਦਾ ਇਲਾਜ ਹੈ ਕੋਈ ਨਹੀਂ। ਭੁੱਖ ਦਾ ਇਲਾਜ ਨਹੀਂ ਹੈ, ਭੁੱਖ ਦਾ ਇਲਾਜ ਉਹਦੇ ਕੋਲ ਹੀ ਹੈ, ਵੇਗੇ ਕੋਲ। ਉਹਦੇ ਕੋਲ ਇਲਾਜ ਹੈ ਭੁੱਖ ਦਾ। ਸੰਸਾਰੀ ਭੁੱਖ ਦਾ ਉਹਦੇ ਕੋਲ ਵੀ ਇਲਾਜ ਨਹੀਂ ਹੈ। ਪਦਾਰਥਾਂ ਦੀ ਭੁੱਖ ਦਾ ਉਹਦੇ ਕੋਲ ਵੀ ਨਹੀਂ ਇਲਾਜ। ਉਹ ਕਹਿੰਦਾ ਜਿੰਨੇ ਮੈਂ ਪਦਾਰਥ ਦੁਨੀਆ 'ਚ ਬਣਾ ਦਿੱਤੇ, ਇੱਕ ਆਦਮੀ ਨਹੀਂ ਰਹਿ ਸਕਦਾ ਇਹਦੇ ਨਾਲ। ਉਹ ਕਿਆ ਭੁੱਖ ਨਾ ਜਬਨਾ ਪੁਰੀਆਂ। ਕੌਣ ਕਹਿੰਦਾ? ਕੌਣ ਕਹਿੰਦਾ? ਉਹੀ ਕਹਿ ਰਿਹਾ ਜਿਹਨੇ ਬਣਾਈ ਹੈ ਸ੍ਰਿਸ਼ਟੀ, ਉਹ ਕਹਿ ਰਿਹਾ। ਨਾਨਕ ਤਾਂ ਕਹਿ ਰਿਹਾ। ਨਾਨਕ ਨਹੀਂ, ਨਾਨਕ ਤੇ ਤਾਂ ਕਹਾ ਰਿਹਾ। ਬਸ ਇੱਥੇ ਹੀ ਗੱਲ ਹੈ। ਨਾਨਕ ਨੂੰ ਮੰਨੋ ਵੀ ਨਾਨਕ ਤੇ ਕਹਾ ਰਿਹਾ। ਇਹ ਗੱਲ ਅਸੀਂ ਭੁੱਲ ਜਾਂਦੇ। ਜੋ ਕੁਝ ਕਿਹਾ ਗਿਆ ਨਾਨਕ ਤੇ ਤਾਂ ਜਾਂ ਭਗਤਾਂ ਤੇ ਤਾਂ ਕਹਾ ਹੈ। ਉਹਨਾਂ ਨੇ ਕਿਹਾ ਜ਼ਰੂਰ ਹੈ, ਪਰ ਕਹਾਏ ਤੇ ਹੀ ਕਿਹਾ ਨਾ। ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ। ਕਿਹਾ ਕਿਹਨੇ? ਕਿਹਾ ਪਰਮੇਸ਼ਰ ਨੇ। ਉਹ ਕਹਿੰਦਾ ਜਿਹੜੀ ਤੈਨੂੰ ਭੁੱਖ ਤੈਂ ਪੈਦਾ ਕਰ ਲਈ, ਇੱਕ ਆਦਮੀ ਦੀ ਵੀ ਪੂਰੀ ਨਹੀਂ ਮੈਂ ਕਰ ਸਕਦਾ। ਇਹਦਾ ਕੋਈ ਇਲਾਜ ਨਹੀਂ। ਇਹਨੂੰ ਤਿਆਗ ਦੇ ਸੰਤੋਖ ਨਾਲ। ਬਿਨਾਂ ਸੰਤੋਖ ਨਹੀਂ ਕਰਾਂਗੇ। ਜੇ ਰਜਣਾ ਚਾਹੁੰਦਾ ਤਾਂ ਸੰਤੋਖ ਇਹਦਾ ਇਲਾਜ, ਹੋਰ ਇਲਾਜ ਕੋਈ ਨਹੀਂ। ਕਿਹੜੀ ਗੱਲ ਹੈ ਜਿਹਦਾ ਪਤਾ ਨਹੀਂ ਸਾਨੂੰ? ਸਿਰਫ ਤਰਤੀਬ ਲਾਉਣੀ, ਖੋਜ ਕੇ ਤਰਤੀਬ ਲਾਉਣੀ ਦੀ ਗੱਲ ਹੈ। ਬਾਕੀ ਤਾਂ ਮਹਿਲ ਆਪੇ ਬਣ ਜਾਣ। ਸੰਤੋਖ ਦੇ ਬਿਨਾਂ ਰੱਜੇ ਨਹੀਂ ਸਕਦਾ ਕੋਈ। ਇਹ ਵੀ ਫਰਮਾਨ ਦਰਗਾਹ ਦਾ ਹੀ ਹੈ। ਬਾਕੀ ਸੁਪਨ ਮਨੋਰਥ ਬਿਰਥੇ ਸਭ ਫਿਰ ਜਿਹੜਾ ਕੰਮ ਕਰਦਾ ਹੈ, ਜਿਹੜੀ ਮਾਇਆ ਦੀ ਦੌੜ ਹੈ, ਉਹ ਮਨੋਰਥ ਤਾਂ ਤੇਰਾ ਸੁਪਨੇ ਦਾ, ਲੋੜਾਂ ਦਾ ਸੁਪਨੇ ਦੀਆਂ ਨੇ। ਤੂੰ ਇਹਨੂੰ ਬਣਾ ਲਿਆ ਬੜਾ ਪ੍ਰੈਸਟੀਜ। ਤੂੰ ਸਾਰਾ ਜ਼ਿੰਦਗੀ ਦਾ ਆਧਾਰ ਇਹਨੂੰ ਬਣਾ ਲਿਆ। ਸਮਝਾਇਆ ਹੀ ਹੋਇਆ। ਜੇ ਤਾਂ ਅਸੀਂ ਗੁਰੂ ਬਣਦੇ ਹਾਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਬਾਣੀ ਲਿਖੀ ਹੈ, ਚਲੋ ਕੋਈ ਨਹੀਂ ਮੰਨ ਲਓ, ਪਰ ਉਹਨਾਂ ਦੀ ਗੱਲ ਤੇ ਵਿਸ਼ਵਾਸ ਵੀ ਕਰ ਲਓ, ਤਾਂ ਗੁਰੂ ਨੇ ਉਹ ਹੈ। ਵਿਸ਼ਵਾਸ ਹੈ ਨਹੀਂ, ਜਿਹੜਾ ਕਹੇ ਗੁਰੂ ਨਹੀਂ, ਉਹਦਾ ਢਿੱਡ ਪਾੜ ਨੂੰ ਤਿਆਰ। ਜੇ ਕੋਈ ਕਹੇ ਗੁਰੂ ਨਹੀਂ ਹੈ, ਉਹਨੂੰ ਤਾਂ ਅਸੀਂ ਛੱਡਣਾ ਨਹੀਂ ਚਾਹੁੰਦਾ ਵੀ, ਪਰ ਗੱਲ ਅਸੀਂ ਉਹਦੀ ਮੰਨਣੀ ਨਹੀਂ। ਫਿਰ ਕੌਣ ਕਹੂਗਾ ਤੁਹਾਨੂੰ? ਦੁਨੀਆ 'ਚ ਕੌਣ ਮੰਨੂਗਾ ਵੀ ਤੁਸੀਂ ਉਹਨੂੰ ਗੁਰੂ ਮੰਨਦੇ ਹੋ? ਤੁਸੀਂ ਕਹਿੰਦੇ ਤਾਂ ਹੋ, ਮੰਨਦੇ ਨਹੀਂ ਹੋ। ਸਵਾਲ ਕਹਿਣ ਦਾ ਨਹੀਂ, ਸਵਾਲ ਮੰਨਣ ਦਾ। ਉਹਨਾਂ ਨੇ ਕਹਾ ਇਹ ਲਿਖ ਦਿੱਤਾ ਕਿ ਜਿਨ ਮਨ ਹੋਰ ਮੁਖ ਹੋਰ। ਮੂੰਹ ਤੋਂ ਤਾਂ ਗੁਰੂ ਕਹਿੰਦੇ ਨੇ, ਅੰਦਰੋਂ ਗੁਰੂ ਮੰਨਦੇ ਨਹੀਂ। ਸੇ ਕਾੜੇ ਕੱਚੀਆਂ। ਉਹਨਾਂ ਦਾ ਸਾਡੇ ਨਾਲ ਕੱਚਾ ਸੰਬੰਧ ਹੈ, ਗੋਲਕ ਦਾ ਹੀ ਸੰਬੰਧ ਹੈ, ਹੋਰ ਕੋਈ ਨਹੀਂ ਹੈ।
ਆਪਣੀ ਭੁੱਖ ਦਾ ਸੰਬੰਧ ਹੈ ਸੰਸਾਰੀ ਦਾ। ਨਾਮ ਦੀ ਭੁੱਖ ਨਾ ਉਹਨਾਂ ਨੂੰ ਜਾਗੇ, ਨਾ ਉਹਨੂੰ ਨਾਮ ਦੀ ਲੋੜ ਹੈ। ਨਾਮ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈ। ਸੰਸਾਰ ਦੀ ਲੋੜ ਹੈ। ਸੰਸਾਰੀ ਜੀਵ ਨੇ ਉਹ ਬਿਸ਼ਟਾ ਕੇ ਕੀੜੇ ਹੀ ਨੇ। ਬਿਸ਼ਟਾ ਵਿੱਚ ਰਹਿ ਕੇ ਖੁਸ਼ ਨੇ। ਬਿਸ਼ਟਾ का कीड़ा बिष्टा मैं समाया। और शरीर च बिष्टा ही है। बिष्टा शरीर दे कीड़े ने हो, ये जे रह के खुश ने। इनू त्यागण की इच्छा नहीं रखते हो, ये तो उपर उठण की इच्छा नहीं रखते। आत्मा के तल ते जिउणा नहीं चाहते। आत्मा की खुराक, आत्मा की भुख पूरी नहीं करते। आत्मा उन्होंने भी भुखी है, ਉਹਦੀ चिंता भी है। उन्होंने अंदर गहराई च एक चिंता भी है हर वक्त। वो चिंता की है? चिंता है कि उन्होंने अविनाशी राज खुस गया। असल में चिंता इस गल की उन्होंने चाहे ना पता हो। अविनाशी राज तो बड़ा कोई संसार दे विच ओहदा नहीं है। संसार तो है ही नहीं। इस करके वो वडियाई जिहड़ी सी खुस गई। ਹੁਣ ਸੰਸਾਰ ਦੇ ਵਿੱਚ ਵੱਡਾ ਬਣ ਕੇ ਉਹ ਘਾਟਾ ਪੂਰਾ ਕਰਨਾ ਚਾਹੁੰਦੇ। ਇਹ ਕਾਰਨ ਹੈ ਸੰਸਾਰ ਦੇ ਵਿੱਚ ਵੱਡਾ ਹੋਣ ਦਾ ਰੇਸ। ਪਰ ਜੇ ਤੇ ਸਾਹਿਬ ਹੀ ਮਿਲ ਵੀ ਜਾਵੇ ਕਿਸੇ ਨੂੰ ਕਹਿ ਦਿੰਦੀ ਹੈ ਇਹ ਕਿਹੜਾ ਟਿਕਾਊ ਰਾਜ ਹੈ। ਫਿਰ ਉੱਥੇ ਹੀ ਉਹ ਸਾਹਿਬ ਹੀ ਖੁਸ਼ੀ ਹੋਈ ਜ਼ਰੂਰ ਹੈ, ਪਰ ਉਹ ਸਾਹਿਬ ਹੀ ਕੀ ਹੈ ਉਹਨੂੰ ਸਮਝੋ ਔਰ ਉਹਨੂੰ ਪ੍ਰਾਪਤ ਕਰੋ। ਗੁਰਬਾਣੀ ਇਹ ਕਹਿੰਦੀ ਜਿਹੜੇ ਰਾਹ ਤੁਸੀਂ ਪੈ ਗਏ ਨਾ ਸੰਸਾਰੀ ਸਾਹਿਬੀ ਦੇ, ਇਹ ਕੰਡਿਆਂ ਦਾ ਰਸਤਾ ਹੈ, ਕੰਡਿਆਂ ਦੀ ਸੇਜ ਹੈ। ਇਹ ਨਹੀਂ ਠੀਕ ਹੈ। ਇੱਥੇ ਬੜੇ ਬੜੇ ਰਾਜੇ ਹੋਏ ਨੇ, ਦੁੱਖ ਭੋਗ ਕੇ ਚਲੇ ਗਏ ਨੇ, ਬਾਅਦ 'ਚ ਕੋਈ ਪੁੱਛਦਾ ਵੀ ਨਹੀਂ, ਬਾਅਦ 'ਚ ਕੋਈ ਨਹੀਂ ਪੁੱਛਦਾ। ਜਿਹੜੇ ਅਵਨਾਸ਼ੀ ਰਾਜ ਲੈਂਦੇ ਉਹਨਾਂ ਦੀ ਹਮੇਸ਼ਾ ਹੀ ਪੁੱਛ ਰਹਿੰਦੀ ਹੈ। ਧਰੂ ਪ੍ਰਹਲਾਦ ਦਾ ਕੋਈ ਸਾਡੇ ਕੋਲ ਡੇਟ ਆਫ ਬਰਥ ਨਹੀਂ ਹੈ, ਪਤਾ ਹੀ ਨਹੀਂ ਕਿਹੜੇ ਕਦੋਂ ਹੋਏ ਸੀ। ਐਂ ਕਹਿੰਦੇ ਨਹੀਂ ਸੱਚ ਯੁੱਗ 'ਚ ਹੋਏ। ਯੁੱਗਾਂ ਦੀ ਉਮਰ ਬਹੁਤ ਲਿਖੀ ਹੋਈ ਹੈ, ਕਦ ਹੋਏ ਤੇ ਕਦ ਨਹੀਂ ਹੋਏ ਤੇ ਕੋਈ ਗੱਲ ਨਹੀਂ, ਪਰ ਉਹ ਜਿਹੀ ਤਾਜ਼ਾ ਹੈ ਉਹਨਾਂ ਦੀ ਇੱਜ਼ਤ ਇਹ ਜਿਹੀ ਜਦ ਸੀ। ਬਲਕਿ ਉਹਨਾਂ ਦੇ ਹੁੰਦੇ ਤਾਂ ਚਾਹੇ ਘੱਟ ਹੋਵੇ ਅੱਜ ਜ਼ਿਆਦਾ। ਜਿਉਂ ਜੋ ਪੁਰਾਣੀ ਹੁੰਦੀ ਹੈ ਤੇ ਉਹਦੇ ਇੱਜ਼ਤ ਵੱਧਦੀ ਹੈ, ਘਟਦੀ ਨਹੀਂ ਹੈ। ਦਸਮ ਪਾਤਸ਼ਾਹ ਵੇਲੇ ਤੱਕ ਚਾਹੇ 200 ਸਾਲ ਹੋ ਗਏ ਸੀ ਗੁਰੂ ਨਾਨਕ ਨੂੰ, 200 ਸਾਲ ਦੇ ਲਗਭਗ ਪੌਣੇ 200 ਸਾਲ ਹੋ ਗਏ ਸੀ, ਪਰ ਉਸ ਵੇਲੇ ਤੱਕ ਉਨੀ ਇੱਜ਼ਤ ਨਹੀਂ ਸੀ ਜਿੰਨੀ ਅੱਜ ਹੈ। ਨਾਨਕ ਦੀ ਉਨੀ ਇੱਜ਼ਤ ਨਹੀਂ ਸੀ ਜਿੰਨੀ ਅੱਜ ਹੈ। ਕਿਉਂਕਿ ਈਰਖਾ ਦਸਮ ਪਾਤਸ਼ਾਹ ਨਾਲ ਦੀ ਨਾਲ ਨਾਨਕ ਨਾਲ ਵੀ ਸੀ। ਜਿੰਨੀ ਪੁਰਾਣੀ ਹੁੰਦੀ ਹੈ ਇੱਜ਼ਤ ਵੱਧਦੀ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਜਿੰਨਾ ਪੁਰਾਣਾ ਹੁੰਦਾ ਲੋਕਾਂ ਦਾ ਗਿਆਨ ਵੀ ਵੱਧਦਾ, ਪਬਲਿਕ ਦਾ ਗਿਆਨ ਵੱਧਦਾ ਹੈ। ਸੱਚਾ ਝੂਠ ਪਬਲਿਕ ਪਛਾਣਦੀ ਹੈ, ਕੂੜ ਨੂੰ ਖੁੱਟੀ ਜਾਂਦਾ, ਖੋਟਾ ਹੋਈ ਜਾਂਦਾ ਹੈ। ਲੋਕਾਂ ਨੂੰ ਸਮਝ ਆਈ ਜਾਂਦੀ ਹੈ ਵੀ ਨਾਨਕ ਠੀਕ ਸੀ, ਇਹ ਗਲਤ ਸੀ। ਉਸ ਵੇਲੇ ਦੀ ਸਰਕਾਰ ਗਲਤ ਸੀ। ਪਰ ਜਿਹੜਾ ਫੈਸਲਾ ਹੋਈ ਜਾਂਦਾ ਲੋਕ ਮੰਨੀ ਜਾਂਦੇ ਨੇ ਵੀ ਠੀਕ ਹੈ, ਗਿਆਨ ਵਧੀ ਜਾਂਦਾ ਲੋਕਾਂ ਨੂੰ। ਝੂਠਾ ਕੌਣ ਸੀ, ਸੱਚਾ ਕੌਣ ਸੀ, ਉਦੋਂ ਨਹੀਂ ਪਤਾ ਤਾਂ ਬਾਅਦ 'ਚ ਪਤਾ ਲੱਗ ਜਾਂਦਾ। ਜਦੋਂ ਪਤਾ ਲੱਗਦਾ ਫਲਾਣਾ ਝੂਠਾ ਸੀ, ਯਾਰ ਅਸੀਂ ਤਾਂ ਐਵੇਂ ਹੀ ਭਰਮ 'ਚ ਰਹੇ, ਉਹਦੀ ਮਦਦ ਕਰੀ ਗਏ। ਗਲਤ ਆਦਮੀ ਦੀ ਮਦਦ ਦਾ ਅਫਸੋਸ ਹੋ ਜਾਂਦਾ। ਗਲਤ ਆਦਮੀ ਦੀ ਮਦਦ ਦਾ ਵੀ ਅਫਸੋਸ ਹੋ ਜਾਂਦਾ ਜੇ ਪਤਾ ਲੱਗ ਜਾਂਦਾ ਵੀ ਉਹ ਗਲਤ ਸੀ। ਆਪਣੇ ਆਪ ਅਫਸੋਸ ਕਰਦਾ। ਔਰ ਚਲੋ ਉਦੋਂ ਫਿਰ ਮੁਖਰਤਾ ਨਹੀਂ ਹੁੰਦਾ, ਕਹਿੰਦਾ ਤਾਂ ਨਹੀਂ ਵੀ ਉਹ ਗਲਤ ਸੀ, ਚੁੱਪ ਤਾਂ ਕਰ ਜਾਂਦਾ। ਨਾਮ ਦੀ ਭੁੱਖ ਤਾਂ ਜਾਗੂਗੀ ਜੇ ਸਾਨੂੰ ਸਮਝ ਆਊ ਵੀ ਨਾਮ ਦੀ ਭੁੱਖ ਜਗਾਉਣੀ ਹੈ। ਪ੍ਰਾਣੀ ਤੋਂ ਆਇਓ ਲਾਹਾ ਲੈਣ। ਲਾਹਾ ਕੀ ਲੈਣਾ? ਕਮੀ ਹੈ ਇਹਦੇ ਵਿੱਚ।
ਉੱਥੇ ਪਹੁੰਚਣ ਤੱਕ, ਆਪਣੀ ਉਹ ਪੋਜੀਸ਼ਨ ਲੈਣ ਤੱਕ। ਅਵਿਨਾਸ਼ੀ ਰਾਜ ਦੀ ਜਿਹੜੀ ਇਹਦੀ ਗੱਦੀ ਹੈ, ਉਹ ਇਹਦੇ ਕੋਲ ਬੁੱਧੀ ਹੈ ਨਹੀਂ, ਇਹਨੂੰ ਅਕਲ ਘੱਟ ਹੈ, ਸੀਟ ਵੱਡੀ ਹੈ। ਦੇਖੋ ਕਿਸੇ ਵੀ ਵੱਡੇ ਉਹਦੇ ਤੇ ਜਾਣ ਵਾਸਤੇ ਉਹਦੇ ਚ ਕੁਆਲੀਫਿਕੇਸ਼ਨ ਉਨੀ ਹੋ ਚਾਹੀਦੀ, ਉਹਦੇ ਚ ਗੁਣ ਉਨੇ ਹੀ ਚਾਹੀਦੇ। ਉਹ ਤਾਂ ਥੋੜੀ ਸੇਵ ਕੋਈ ਗੁਣ ਉਨੇ ਹੀ ਚਾਹੀਦੇ ਨੇ ਨਾ। ਸਾਡੇ ਚ ਗੁਣ ਉਨੇ ਹੈ ਨਹੀਂ। ਸੀਟ ਖਾਲੀ ਪਈ ਆ, ਉਹਦੇ ਬੈਠਿਆ ਕੋਈ ਨਹੀਂ। ਸੀਟ ਤਾਂ ਨਹੀਂ ਕੋਈ ਬੈਠਿਆ, ਖਾਲੀ ਪਈ ਹੈ ਸਭ ਦੀ। ਬੈਠਾ ਵੀ ਆਪੇ ਹੈ ਅਸਲ 'ਚ। ਇਹ ਸੁਪਨੇ ਜਾਇਆ ਹੋਇਆ ਸੰਸਾਰ 'ਚ, ਸੀਟ ਤੇ ਬੈਠੇ ਦਾ ਹੀ ਸੁਪਨਾ ਆਇਆ ਹੋਇਆ। ਜਾਗੇ ਤਾਂ ਬੈਠਾ ਤਾਂ ਸੀਟ ਤੇ ਹੀ ਹੈ, ਵਾਸਤੇ ਸੁਪਨੇ ਦੇਖ ਰਿਹਾ, ਹੋਰ ਕੁਛ ਨਹੀਂ ਸੰਸਾਰ। ਇਹਦੇ ਸੁਪਨੇ ਨੇ, ਜਾਗਦਾ ਨਹੀਂ, ਸੁਪਨਾ ਦੇਖੀ ਜਾ ਰਿਹਾ। ਬਾਣੀ ਜਗਾ ਰਹੀ ਹੈ, ਜਾਗ ਲਿਓ ਰੇ ਮਨ ਜਾਗ। ਜਾਂ ਜਾਗੂਗਾ ਸੀਟ ਤੇ ਹੈ, ਜਿੰਨਾ ਚਿਰ ਮਾਇਆ ਦੀ ਭੁੱਖ ਹੈ ਉਹਨਾਂ ਚਿਰ ਸੁਪਨੇ। ਸੁਪਨੇ ਦੇ ਪਦਾਰਥ ਨੇ ਇਹ ਸਾਰੇ। ਸੁਪਨੇ ਦੀ ਮਾਇਆ, ਸੁਪਨੇ ਦੀਆਂ ਕੋਠੀਆਂ, ਸੁਪਨੇ ਦੀਆਂ ਕਾਰਾਂ, ਸੁਪਨੇ ਦੇ ਰਿਸ਼ਤੇਦਾਰ, ਸੁਪਨੇ ਦੇ ਕੁੜੀਆਂ ਮੁੰਡੇ। ਸਾਡੇ ਚਾਚਾ ਲੱਗਦਾ ਸੀ ਸਾਡਾ, ਢੰਗ ਸੀ, ਉਹਨੇ ਵੀ ਅੰਮ੍ਰਿਤ ਛਕ ਲਿਆ ਸੀ ਸੰਨ 46 'ਚ। ਰਹਿੰਦਾ ਤਾਂ ਖੈਰ ਉਹ ਫਿਰ ਕਸ਼ਹਿਰਾ ਪਾ ਕੇ ਰੱਖਦਾ ਸੀ, ਅੱਧ ਪਚੱਧ ਉਹ ਇੰਨਾ ਕੁ ਰੱਖਦਾ ਸੀ। ਉਹ ਸਾਦੇ ਬਾਣੇ 'ਚ ਰਹਿੰਦਾ ਸੀ, ਫੀਮ ਖਾਂਦਾ ਸੀ, ਅਮਲੀ ਸੀ। ਕਦੇ ਕਦੇ ਬੋਲਦਾ ਹੁੰਦਾ ਸੀ, ਉਹ ਸੁਣਨ ਜਾਂਦਾ ਸੀ, ਬੋਲਦਾ ਘੱਟ ਸੀ। ਮਹਾਂਸਿਰ ਨੋ ਸੀ ਉਹਦਾ, ਨੋ ਵੀ ਚੰਗਾ ਸੀ ਮਹਾਂਸਿਰ। ਉਹ ਫਿਰ ਕਦੇ ਕਦੇ ਜਦ ਬੋਲਦਾ ਤਾਂ ਗੱਲਬਾਤ ਸਿਰੇ ਦੀ ਉਹ ਕਰਦਾ ਸੀ। ਉਹ ਕਹਿੰਦਾ ਕਾਹਦੀਆਂ ਗੱਲਾਂ ਕਰਦੇ ਹੋ, ਸੁਪਨੇ ਦੀਆਂ ਮੁੰਡਿਆਂ ਕੁੜੀਆਂ ਘਲਾਉਂਦੇ ਆ। ਬਸ ਇੰਨੀ ਗੱਲ ਕਹਿ ਕੇ ਚੁੱਪ ਕਰ ਜਾ। 10 ਵਾਰਾਂ ਸਾਰਾ ਉਹਨੇ ਜਵਾਨ ਸੁਣਿਆ ਹੋਇਆ ਸੀ ਬੈਠ ਕੇ। ਉਹਦੇ ਨਾਲ ਦਾ ਹੀ ਸੀ ਦੂਆ ਬੰਦਾ ਸਾਡਾ, ਜਿਹੜਾ ਚਾਚਾ ਸੀ, ਜਿਹਦੇ ਘਰ ਹੋਇਆ ਸੀ ਉਹਦਾ 10 ਵਾਰਾਂ ਦਾ ਪਾਠ, ਸਾਰਾ ਸੁਣਿਆ ਸੀ ਉਹਨੇ ਬੈਠ ਕੇ। ਅਨਪੜ੍ਹ ਸੀ, ਬਸ ਉਹਨੂੰ ਦ੍ਰਿੜ ਹੋ ਗਿਆ, ਕਿਆ ਸਮਝ ਆ ਗਈ ਗੱਲ ਦੀ। ਇੰਨੀ ਗੱਲ ਕਹਿਣਾ ਚੁੱਪ ਕਰ ਜਾਣਾ ਵੀ ਆਹ ਜਿਹੜਾ ਕੁਛ ਹੈ ਸੁਪਨੇ ਦੀਆਂ ਮੁੰਡੇ ਕੁੜੀਆਂ ਘਲਾਉਂਦੇ ਆ, ਕਾਹਦੀਆਂ ਗੱਲਾਂ ਕਰਦੇ ਹੋ। ਬਸ ਇੰਨੀ ਗੱਲ ਕਹਿ ਕੇ ਚੁੱਪ ਕਰ ਜਾਣਾ। ਹੁਣ ਕੌਣ ਹੋ ਜੇ ਉਹਦੀ ਗੱਲ ਕਿੱਥੇ ਬੋਲਦਾ? ਹੁਣ ਸੱਚ ਬੰਦੇ, ਕੌਣ ਸੱਚ ਬੰਦੇ ਇਸ ਗੱਲ ਨੂੰ? ਪੱਪਾ ਅਪਾਰ ਪਾਰ ਨਹੀਂ ਪਾਵਾ। ਜਿਹੜਾ ਹੁਕਮ ਹੈ ਉਹ ਪਰ, ਉਹਦੇ ਤੱਕ ਪਹੁੰਚਣਾ, ਸਮੁੰਦਰ ਤੱਕ ਪਹੁੰਚਣਾ। ਸਮੁੰਦਰ ਦਾ ਪਾਰ ਪਾਉਣ ਦੀ ਲੋੜ ਨਹੀਂ। ਅੰਤ ਕੋ ਪਾਵਨ ਜੋਗ ਹੈ ਸਵਾਏ ਅੰਤ। ਹੁਣ ਉੱਥੇ ਫਿਰ ਜੇ ਪਾਰ ਨਹੀਂ ਪਾਉਣਾ, ਜੀ ਉੱਥੇ ਕਿਵੇਂ ਲੱਗੂਗਾ? ਮਨ ਕਾਹਦੇ ਨਾਲ ਜੁੜੂਗਾ? ਪਰਮ ਜੋਤ ਸਿਉ ਪਰਚੋ ਲਾਵਾ। ਪਰਮ ਜੋਤ ਸਿਉ ਪਰਚੋ ਲਾਵਾ। ਪਰਮ ਜੋਤ ਹੈ ਸਮੁੰਦਰ, ਪਰਮ ਜੋਤ ਹੈ। ਪਰਮ ਜੋਤ ਸਾਰਾ ਸਮੁੰਦਰ ਹੈ। ਸਮੁੰਦਰ ਨਾਲ ਜਾ ਕੇ ਪਰਚਾ ਲਾ ਲੈਂਦਾ ਉਹ। ਸਮੁੰਦਰ 'ਚ ਦਰਿਆ ਰਲ ਗਿਆ, ਸਮੁੰਦਰ ਦਾ ਰੂਪ ਹੋ ਗਿਆ, ਉਹਦੇ ਨਾਲ ਪਰਚ ਗਿਆ। ਜਿਵੇਂ ਉਹ ਨੇ ਨਾ ਟਿਕਿਆ ਹੋਇਆ, ਐਵੇਂ ਇਹ ਟਿਕਿਆ ਰਹਿੰਦਾ। ਇਕੱਲੇ ਨੂੰ ਟਿਕਣਾ ਔਖਾ ਹੈ, ਜੇ 1000 ਬੰਦਾ ਟਿਕਿਆ ਹੋਵੇ ਉੱਥੇ ਟਿਕਣਾ ਸਿਖਾਣਾ। ਜਦ ਸੰਸਾਰ 'ਚ ਭਗਤ ਹੋ ਜਾਂਦੇ ਨੇ, ਭਗਤੇ ਭਗਤ, ਫਿਰ ਸਾਰੇ ਹੀ ਭਗਤ ਹੋ ਜਾਂਦੇ ਨੇ। ਇੱਕ ਦੂਏ ਦਾ ਅਸਰ ਪੈਂਦਾ ਨਾ ਸੰਗਤ ਦਾ। ਜਦ ਇਹ ਉਲਟੇ ਰਸਤੇ ਪੈਂਦੇ ਨੇ, ਹੁਣ ਉਲਟੇ ਰਸਤੇ ਪਏ ਨੇ, ਮਾਇਆਧਾਰੀ ਹੁਣ ਸਾਰੇ ਹੀ ਮਾਇਆਧਾਰੀ ਹੋ ਜਾਂਦੇ ਨੇ। ਬਣਦਾ ਸੰਤ ਹੋ ਜਾਂਦਾ ਗਾਹਾਂ ਜਾ ਕੇ ਮਾਇਆਧਾਰੀ। ਪਹਿਲਾਂ ਤਾਂ ਚਾਲੇ ਤਿਆਰ ਮਿਲਣ ਕੋ ਵਿੱਚ ਹਟ ਗਿਆ ਜੀ। ਇਹਨਾਂ ਦੇ ਪ੍ਰਭਾਵ 'ਚ ਇਹ ਜਾਣ ਲੱਗ ਜਾਂਦੇ ਨੇ, ਸਲਾਹ ਦੇਣ ਲੱਗ ਜਾਂਦੇ ਨੇ, ਗੱਲਾਂ ਕਰਨ ਲੱਗ ਜਾਂਦੇ ਨੇ। ਉਹ ਜੀ ਐਂ ਹੋਣਾ ਚਾਹੀਦਾ ਜੀ, ਆਉਣ ਜਾਣੇ ਵਾਲਿਆਂ ਵਾਸਤੇ ਕਮਰੇ ਚਾਹੀਦੇ ਨੇ, ਕਮਰੇ ਵੀ ਨਾਲ ਬਾਥਰੂਮ ਅਟੈਚ ਚਾਹੀਦੇ ਨੇ। ਉਹ ਉਹਨਾਂ ਦੀ ਹਾਂ ਜਾਂ ਲਾਉਣ ਲੱਗ ਜਾਂਦੇ ਨੇ, ਅਤੇ ਉਹ ਬਣਨ ਲੱਗ ਜਾਂਦਾ, ਹੋਰੇ ਪ੍ਰਪੰਚ ਹੋ ਜਾਂਦਾ। ਉੱਥੇ ਅੱਗੇ ਸਾਧ ਹੁੰਦੇ ਤੇ
ਛੱਪਰ ਹੁੰਦਾ ਸੀ, ਉਦੋਂ ਘੱਟ ਕੁਝ ਥਾ, ਵੱਧ ਕਰਦੇ ਹੀ ਨਹੀਂ ਸੀ। ਬਸ ਕੰਮ ਵਧਾਉਣਾ ਹੀ ਨਹੀਂ ਉਹਨਾਂ ਨੇ। ਹੁਣ ਜੇ ਵਧਾਉਣਗੇ, ਜਦੋਂ ਉਹਨਾਂ ਦੀ ਗੱਲ ਸੁਣਨ ਲੱਗੇ, ਫਿਰ ਉਹਨਾਂ ਦਾ ਗਾਈਡ ਕੌਣ ਹੋ ਗਿਆ? ਪਬਲਿਕ ਗਾਈਡ ਹੋ ਗਈ ਉਹਦੀ। ਆਪ ਤਾਂ ਰਹੇ ਨਾ ਆਗੂ, ਆਗੂ ਤਾਂ ਪਬਲਿਕ ਹੋ ਗਈ। ਜੇ ਸਟੂਡੈਂਟਾਂ ਦੀ ਗੱਲ ਟੀਚਰ ਮੰਨਣ ਲੱਗ ਜਾਵੇ, ਪੜ੍ਹਾਈ ਹੌਲੀ। ਫਿਰ ਉਹ ਤਾਂ ਇਹੀ ਸਲਾਹ ਦੇਣਗੇ ਕਿ ਅੱਜ ਕੀ ਕਰਨਾ, ਭਾਈ ਮੁੰਡਿਆਂ ਨੂੰ ਪੁੱਛਿਆ ਜਾ ਕੇ ਟੀਚਰ, ਉਹ ਦੱਸਣਗੇ ਫਿਰ ਅੱਜ ਕੀ ਕਰਨਾ। ਆਹ ਗੱਲ ਹੈ ਡੇਰਿਆਂ ਦਾ, ਸੰਤਾਂ ਦਾ। ਇਹਨਾਂ ਦੇ ਚੇਲੇ ਦੱਸਦੇ ਨੇ ਕੀ ਕਰਨਾ ਹੈ। ਤਾਂ ਚੇਲੇ ਗੁਰੂ ਨੇ ਇਹਨਾਂ ਦੇ, ਮਾਇਆਧਾਰੀ ਨੇ ਸਾਰੇ। ਬਸ ਜਦੋਂ ਸੰਸਾਰ ਦੀ ਗੱਲ ਸੰਤ ਸੁਣੂਗਾ, ਸੰਤ ਕਾਹਦਾ ਰਹਿ ਗਿਆ? ਫਿਰ ਕਾਹਦਾ ਰਹਿ ਗਿਆ? ਸੰਸਾਰ ਦੀ ਸੰਤ ਗੱਲ ਮੰਨੂਗਾ, ਸੰਤ ਕਾਹਦਾ ਰਹਿ ਗਿਆ? ਸੰਸਾਰ ਦਾ ਜਿੱਧਰੋਂ ਆਪ ਜਾਂਦਾ ਉਧਰੋਂ ਖਿੱਚੂਗਾ ਉਹਨੂੰ, ਉਹੀ ਰਹਿ ਦਊਗਾ। ਗੁਰਦੁਆਰੇ ਦੇ ਵਿੱਚ ਸਾਰੇ ਮਾਇਆਧਾਰੀ ਨੇ। ਹਰ ਇੱਕ ਆਦਮੀ ਦਾ ਹੁੰਦਾ ਸਾਡੇ ਗੁਰਦੁਆਰੇ ਪੱਥਰ ਲੱਗੇ, ਸਾਡਾ ਹਾਲ ਖੁੱਲ੍ਹਾ ਹੋਵੇ, ਇੱਥੇ ਮੈਂ ਮੈਨੇਜਰ, ਉੱਥੇ ਉਹ ਮੈਨੇਜਰ ਹੈ। ਆਹੀ ਕੰਪੀਟੀਸ਼ਨ ਹੈ, ਹੋਰ ਕੀ ਉੱਥੇ? ਗੁਰਬਾਣੀ ਵਾਲੀ, ਗੁਰਮਤਿ ਵਾਲੀ ਗੱਲ ਕੁਝ ਨਹੀਂ ਹੈ। ਉਹ ਇਹੀ ਗੱਲ ਜਾਣਦੇ ਨੇ, ਇਹੀ ਗੁਰਦੁਆਰੇ ਅੱਗੇ ਕਰਨਗੇ। ਪਰਮ ਜੋਤ ਸਿਓ ਪਰਚੋ ਪਾਵਾ। ਉੱਥੇ ਪਰਚਾ ਕਿਹਦੇ ਨਾਲ ਲਾਉਣਾ? ਪਰਮ ਜੋਤ ਨਾਲ। ਜਿਹੜਾ ਸ਼ਬਦ ਦਾ ਪਰਚਾ ਕਹਿੰਦੇ ਨੇ ਨਾ, ਪਰਚਾ ਸ਼ਬਦ ਕਾ ਅਦਾਰ ਖਾਲਸੇ ਦਾ, ਉਹ ਪਹਿਲੀ ਸਟੇਜ ਦੀ ਗੱਲ। ਇਹ ਤੋਂ ਪਹਿਲੀ ਸਟੇਜ ਦੀ ਗੱਲ। ਇਹ ਸੱਚਖੰਡ 'ਚ ਪਹੁੰਚ ਗਏ ਹੈ, ਉਹ ਸੰਸਾਰ ਦੀ ਗੱਲ ਹੈ। ਪਹਿਲਾਂ ਅਸੀਂ ਗੁਰਬਾਣੀ ਨਾਲੇ ਜੁੜੇ ਰਹਿਣੇ, 24 ਘੰਟੇ ਨੂੰ ਵਿਚਾਰਦੇ ਰਹਿਣਾ। ਉਹ ਸ਼ਬਦ ਦਾ ਮਤਲਬ ਹੁੰਦਾ ਉਪਦੇਸ਼। ਅਸਲ 'ਚ ਸ਼ਬਦ ਦਾ ਮਤਲਬ ਹੈ ਉਪਦੇਸ਼, ਜੋ ਅਸੀਂ ਸੁਣ ਲਿਆ, ਸਮਝ ਲਿਆ। ਜੇ ਬੱਚਾ ਪੜ੍ਹ ਕੇ ਆਇਆ, ਉਹਦੇ ਖੇਲਦਾ ਵੀ ਹੈ ਚਾਹੇ ਬੱਚਾ, ਪਰ ਰੀਲ ਉਹ ਪੜ੍ਹਾਈ ਦੀ ਚੱਲਦੀ ਰਹੇ ਨਾ ਅੰਦਰ। ਜੋ ਪੜ੍ਹ ਕੇ ਆਇਆ ਖੇਲਦਾ ਰਹੇ, ਕੋਈ ਗੱਲ ਨਹੀਂ। ਜੇ ਉੱਥੇ ਹੀ ਭੁੱਲ ਜਾਵੇ, ਨਿਕਲਦੀ ਸਾਰ ਬਾਹਰ, ਫਿਰ ਕੁਛ ਨਹੀਂ ਰਹਿੰਦਾ ਉਹਦੇ। ਫਿਰ ਪਰਚਿਆ ਹੋਇਆ ਸ਼ਬਦ ਨਾਲ ਹੈ, ਮਨ ਕਰਕੇ ਮਨ ਬੁੱਧੀ ਸ਼ਬਦ ਨਾਲ ਪਰਚੀ ਹੋਈ ਹੈ, ਸਰੀਰ ਕਰਕੇ ਖੇਲਦਾ। ਹੱਥ ਪੈਰ ਕਰ ਕੰਮ ਸਭ ਜੀਤ ਨੂੰ। ਇਹ ਪਰਚਾ ਸ਼ਬਦ ਹੈ। ਹਾਂਜੀ। ਪਾਂਚੋ ਇੰਦਰੀ ਨਿਗ੍ਰਹਿ ਕਰਈ। ਪਾਂਚੋ ਇੰਦਰੀ ਨਿਗ੍ਰਹਿ ਕਰ ਹੀ। ਨਿਗ੍ਰਹਿ ਲਫ਼ਜ਼ ਉਹੀ ਹੈ। ਅਸਲ ਦੇ ਵਿੱਚ ਇਹ ਪਲਟ ਕੇ ਇਹਦਾ ਅਰਥ ਕਰਨਾ ਪਊਗਾ। ਪਾਂਚੋ ਇੰਦਰੀਆਂ ਨੂੰ ਅਸੀਂ ਘਰੋਂ ਬਾਹਰ ਨਹੀਂ ਕੱਢ ਸਕਦੇ। ਪੰਜਾਂ ਗਿਆਨ ਇੰਦਰੀਆਂ ਨੂੰ ਇਹਨੇ ਘਰ ਬਣਾਇਆ ਹੋਇਆ। ਮਨ ਨੇ ਆਪਣਾ, ਬੁੱਧੀ ਨੇ ਆਪਣਾ, ਸੁਰਤ ਨੇ ਆਪਣਾ ਘਰ ਬਣਿਆ ਹੋਇਆ। ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਇਹ ਜੀਭ ਨੂੰ, ਰਸਨਾ ਮਤਲਬ ਹੈ ਰਸ ਲੈਣ ਵਾਲੀ ਚੀਜ਼ ਨੂੰ, ਸੰਸਾਰ ਦੇ। ਇਹਨੂੰ ਘਰ, ਪੰਜ ਘਰ ਬੰਨੇ ਹੋਏ ਨੇ, ਪੰਜ ਟਿਕਾਣੇ ਨੇ ਬੰਨੇ ਹੋਏ ਨੇ। ਇਹਨੂੰ ਘਰ ਨਹੀਂ ਬੰਨਣਾ। ਨਿਗ੍ਰਹਿ ਕਰ ਹੀ ਦਾ ਮਤਲਬ ਇਹ ਹੈ, ਇੰਦਰੀ ਨੂੰ ਪੰਜਾਂ ਘਰਾਂ ਦੇ ਨਾਲ ਡੀਕਨੈਕਟ ਕਰ ਲੈਣਾ। ਕਬੀਰ ਦਾ ਦੂਆ ਸ਼ਲੋਕ ਹੈ ਜਿੱਥੋਂ ਇਹਦੇ ਅਰਥ ਹੋਣਗੇ। ਕਹਿੰਦੇ ਜੋ ਹਮ ਕਬੀਰ ਜੋ ਹਮ ਜੰਤ ਬਜਾਵਤੇ ਸਰੀਰ। ਸਰੀਰ ਰੂਪੀ ਜੰਤ ਜਿਹੜਾ ਮੈਂ ਵਜਾਉਂਦਾ ਤਾ, ਟੂਟ ਗਈ ਸਭ ਤਾਰ। ਇਹ ਪੰਜੇ ਗਿਆਨ ਇੰਦਰੀਆਂ ਨੂੰ ਤਾਰ ਤੋੜ ਲਈ, ਮੈਂ ਕਨੈਕਸ਼ਨ ਤੋੜ ਲਿਆ। ਤਿਰਕੁਟੀ 'ਚ ਪੰਜੇ ਤਾਰਾਂ ਜੁੜਦੀਆਂ ਨੇ ਜਾ ਕੇ, ਤੇ ਤਿਰਕੁਟੀ 'ਚ ਨਹੀਂ ਜਾਣਾ। ਪੰਜੇ ਇੰਦਰੀਆਂ ਤੋਂ ਨਿਗ੍ਰਹਿ ਹੋ ਗਿਆ। ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੇ? ਸਰੀਰ ਕੀ ਕਰ ਸਕਦਾ? ਜਦ ਚਲੇ ਵਜਾਵਣ ਹਾਰ, ਵਜਾਵਣ ਹਾਰੇ ਛੱਡ ਗਿਆ ਇਹਨੂੰ। ਜੰਤ ਕੀ ਕਰ ਸਕਦਾ? ਹਾਰਮੋਨੀਅਮ ਕੀ ਕਰੂ? ਖੁੱਲਾ ਪਿਆਰ ਹੋ ਜਾਂ ਵਜਾਉਣ ਵਾਲੇ ਛੱਡ ਗਿਆ। ਬਣਿਆ ਰਹਿ ਜਾਏ, ਖੁੱਲਾ ਰਹੇ, ਉਹਦੇ ਨਾਲ ਤਾਂ ਕੋਈ ਕਨੈਕਸ਼ਨ ਨਹੀਂ। ਇਹ
ਦੁਨੀ ਹੈ, ਇਹ ਦੁਨੀਆ ਵਜਾਈ ਵੱਜਦੀ ਹੈ। ਦੁਨੀ ਸਰੀਰ ਹੈ, ਦੁਨੀ ਦਾ ਮਤਲਬ ਸਰੀਰ ਹੈ। ਜਦ ਦੁਨੀ ਚਿਤ ਲਾਇਆ ਨਾ ਖਸਮ ਬਸਾਰ ਸਰੀਰ ਨਾਲ ਚਿਤ ਲਾਇਆ ਉਦੋਂ ਉਹ ਜਦੋਂ ਤਾਂ ਦੁਨੀਆ ਦਾ ਚਿੱਤ ਕਿੱਥੇ ਲੱਗੇ? ਛੋਟੇ ਬੱਚੇ ਦਾ ਜਨਮ ਤਾਂ ਹੁਣ ਹੋਇਆ, ਜਨਮ ਹੁੰਦੀ ਸਾਰੇ ਦੁਨੀਆ ਦਾ ਚਿੱਤ ਕਿੱਥੇ ਲੱਗੇ? ਦੁਨੀਆ ਦਾ ਸੰਸਾਰ ਕਿਵੇਂ ਕਰ ਲਓਗੇ ਤੁਸੀਂ? ਇਹ ਖੋਜ ਦਾ ਵਿਸ਼ਾ ਹੈ, ਆ ਸ਼ਬਦ ਦੇ ਖੋਜ ਦਾ ਵਿਸ਼ਾ, ਲਫ਼ਜ਼ਾਂ ਦੇ ਅਰਥ ਖੋਜ ਦਾ ਵਿਸ਼ਾ ਹੈ। ਦੀਨ ਗਵਾਇਆ ਦੁਨੀ ਸੀ ਸਰੀਰ ਕਰਕੇ, ਸਰੀਰ ਕਰਕੇ ਜਿਹੜਾ ਸੱਚ ਅੰਦਰ ਜਿਹੜਾ ਅੰਤਰਾਤਮਾ ਦੀ ਆਵਾਜ਼ ਦੀਨ ਹੈ, ਇਹ ਸਰੀਰ ਕਰਕੇ ਗਵਾ ਲਿਆ। ਝੂਠ ਵਾਸਤੇ ਸੱਚ ਗਵਾ ਲਿਆ, ਝੂਠ ਹੈ ਸਰੀਰ। ਦੁਨੀ ਵਾਇਆ ਹਾਂ ਬਜਾਇਆ ਵਾਇਆ ਸਰੀਰ ਹੈ। ਤੈਨੂੰ ਵੀ ਬੋਲਣਾ ਪੈਂਦਾ ਨਾਲ, ਅੰਦਰ ਮਨ ਬੋਲਦਾ ਤਾਂ ਸਰੀਰ ਬੋਲਦਾ। ਜੇ ਬਾਜਾ ਬੋਲਦਾ ਤਾਂ ਅੰਦਰ ਪਹਿਲਾਂ ਉਹਦੇ ਵੀ ਮਾਥੇ ਵੱਜੇ ਬਾਬਾ, ਪਹਿਲਾਂ ਅੰਦਰੋਂ ਉੱਠਦੀ ਹੈ ਉਹਦੇ ਤੁਰਨ ਤਾਂ ਬੋਲਦਾ ਵਜਾਉਂਦਾ ਬਾਹਰ। ਅੰਦਰ ਤਿਰੰਗਾ ਉੱਠਦੀਆਂ ਪਹਿਲਾਂ, ਹਾਂ ਅੰਦਰ ਉਹਦੇ ਤਿਰੰਗਾ, ਉਹੀ ਤਿਰੰਗਾ ਉਹ ਕੱਢਦਾ। ਤੂੰ ਵੀ ਵੱਜੇ ਨਾਲ, ਤੂੰ ਨਹੀਂ ਨਾਲ ਵੱਜਦਾ। ਵੱਜਦਾ ਕੌਣ ਨਹੀਂ? ਗੁਰਮੁਖ ਨਹੀਂ ਵੱਜਦਾ। ਜਿਹੜਾ ਸ਼ਬਦ ਨਾਲ ਜੁੜ ਗਿਆ, ਅੰਦਰ ਜੁੜ ਗਿਆ, ਅੰਤਰਾਤਮਾ ਨਾਲ ਜੁੜ ਗਿਆ, ਉਹ ਨਹੀਂ ਵੱਜਦਾ। ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਸ ਅੱਲਾ ਕਰਦਾ ਸਾਰ। ਉਹ ਜੀ ਕਿਉਂ ਵੱਜੂ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ? ਦੁਨੀਦਾਰ ਦੀ ਜੇ ਸੰਸਾਰ ਕਰ ਲਾਂਗੇ ਤੇ ਤੂੰ ਗਿਆਨ ਕੀ ਮਿਲਿਆ? ਸਾਨੂੰ ਗਿਆਨ ਕੀ ਮਿਲਿਆ? ਬਹੁਤ ਦੂਰ ਜਾਣ ਦੀ ਲੋੜ ਨਹੀਂ ਹੈ, ਬਹੁਤ ਨੇੜੇ ਖੜ ਕੇ ਅਰਥ ਕਰਨ ਦੀ ਲੋੜ ਹੈ। ਇਹ ਦੋ ਗਾਂ ਫਿਰ ਦੁਨੀਆ ਹੀ ਹੈ। ਆਪਾਂ ਸਮੁੰਦਰ ਦੇ ਕਿਨਾਰੇ ਤੋਂ ਆਹ ਸਮੁੰਦਰ ਹੈ। ਦੁਨੀ ਤੋਂ ਦੁਨੀਆ ਬਣਿਆ ਹੈ। ਦੁਨੀਆ ਦੁਨੀ ਤੋਂ ਹੀ ਬਣੇ। ਪੰਚੋ ਇੰਦਰੀ ਨਿਗਰਹ ਕਰਈ, ਪਾਪ ਪੁੰਨ ਦਊ ਨਿਰਵਰਈ। ਪੰਜੋ ਇੰਦਰੀ ਜਦ ਜਾਣਾ ਹੀ ਨਹੀਂ ਫਿਰ ਕੁੜੀ ਦੇ ਵਿੱਚ, ਉੱਥੇ ਪਾਪ ਔਰ ਪੁੰਨ ਦੋ ਭਾਈ ਨੇ, ਦੋਹਾਂ ਨੇ ਮਿਲ ਕੇ ਸਿਸਟਮ ਪਾਈ ਹੈ। ਜਦੋਂ ਪੰਜੋ ਇੰਦਰੀਆਂ ਦੇ ਨਾਲ ਸੰਬੰਧ ਨਹੀਂ ਰਿਹਾ, ਪਾਪ ਪੁੰਨ ਦੋ ਹੀ ਖਤਮ ਹੋ ਜਾਂਦੇ। ਸੋਚਦਾ ਹੀ ਨਹੀਂ ਜਦ, ਸੋਚਣ ਵਾਲੇ ਪੁੰਨ ਹੈ, ਸੋਚਣ ਵਾਲੇ ਪਾਪ ਹੈ। ਜਿਹੜੇ ਸੰਸਾਰ ਦੇ ਪੁੰਨ ਪਾਪ ਨੇ, ਸੋਚ ਲਿਆ ਵੀ ਆਹ ਭਾਈ ਗਰੀਬ ਹੈ, ਕੋਈ ਇਹਦੀ ਮਦਦ ਕਰ ਦਈਏ, ਕੋਈ ਬਿਮਾਰ ਹੈ ਇਹਦੀ ਮਦਦ ਕਰ ਦਈਏ, ਸੋਚਿਆ ਹੀ ਹੈ ਨਾ, ਪੁੰਨ ਹੋ ਗਿਆ। ਇਹਨੂੰ ਪੁੰਨ ਮੰਨ ਲਿਆ ਆਪਾਂ ਨੇ, ਉਹ ਵੀ ਸੋਚਿਆ ਹੀ ਹੈ ਨਾ। ਪੁੰਨ ਔਰ ਪਾਪ ਸੋਚਣ ਦੇ ਅੰਦਰ ਨੇ ਸਾਡੇ, ਇਸ ਕਰਕੇ ਹੀ ਪਾਪ ਨੇ। ਜੋ ਸੋਚ ਹੈ ਸਾਡੀ ਪਾਪ ਹੈ। ਜਦ ਪੁੰਨ ਪਾਪ ਸਾਨੂੰ ਤੇ ਰਹਿਮ ਹੈ। ਰਹਿਮ ਕੀ ਤੇ ਆਉਂਦਾ ਜੀ? ਤੇ ਕੋਈ ਜ਼ੁਲਮ ਕਰਦਾ ਹੋਵੇ, ਜਿਹਨੂੰ ਅਸੀਂ ਮੰਨੀਏ ਵੀ ਇਹਦੇ ਨਾਲ ਨਜਾਇਜ਼ ਹੁੰਦੀ ਹੈ, ਨਜਾਇਜ਼ ਤਾਂ ਫਿਰ ਰੱਬ ਨੇ ਕੀਤੀ ਹੈ। ਜੇ ਅਸੀਂ ਪੁੰਨ ਕਰਕੇ ਕਰਦੇ ਹਾਂ ਫਿਰ ਇਹ ਹੋਰ ਗੱਲ ਹੈ। ਜੇ ਇਹ ਕਰਕੇ ਕਰਦੇ ਹਾਂ ਵੀ ਇਹ ਜਿਹੜਾ ਹੈ ਮੇਰੇ ਅੰਦਰ ਜਿਹੜਾ ਫੁਰਨਾ ਉੱਠਿਆ ਹੈ, ਇਹ ਮੇਤੋਂ ਦਵਾਇਆ ਹੈ, ਇਹ ਇਹਦਾ ਹਿੱਸਾ ਮੇਰੇ ਕੋਲ ਆਇਆ ਪਰਮੇਸ਼ਰ ਨੇ, ਬਸ ਉਹੀ ਕੰਮ ਫਿਰ ਪੁੰਨ ਨਹੀਂ ਰਿਹਾ। ਫਿਰ ਪੁੰਨ ਨਹੀਂ ਰਿਹਾ, ਫਿਰ ਮੈਂ ਪੁੰਨ ਨਹੀਂ ਕਰਦਾ। ਫਿਰ ਮੈਂ ਕੀ ਕਰਦਾ? ਜਦੋਂ ਤੁਹਾਰੇ ਲਿਖੇ ਤਾਂ ਇਹ ਕਰਨਾ ਸੀ, ਮੇਰੇ ਤੋਂ ਕਰਾ ਰਿਹਾ, ਕਰਨਾ ਤੈਂ ਸੀ, ਕਰਾ ਮੇਰੇ ਤੋਂ ਰਿਹਾ। ਮਾਇਆ ਤੇਰੀ ਹੈ, ਇੰਨਾ ਇਹਦਾ ਹਿੱਸਾ ਹੈ। ਜਿੰਨਾ ਤੂੰ ਕਹਿ ਰਿਹਾ ਮੈਨੂੰ ਦੇ ਦੇ, ਜਿੰਨਾ ਤੂੰ ਕਹਿ ਰਿਹਾ ਵੀ ਇਹਦੀ ਮਦਦ ਕਰ, ਇੰਨਾ ਇਹਦਾ ਹਿੱਸਾ ਹੈ। ਕਿ ਮੈਨੂੰ ਤਾਂ ਪਤਾ ਨਹੀਂ ਕਿੰਨਾ ਕਿਹਦਾ ਹਿੱਸਾ, ਤੈਨੂੰ ਪਤਾ ਵੀ ਇੰਨਾ ਇਹਦਾ ਹਿੱਸਾ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿਹਦਾ ਕਿੰਨਾ ਹਿੱਸਾ ਹੈ। ਜਿਹੜਾ ਮੈਨੂੰ ਕਹਿ ਫੁਰਨਾ ਉੱਠਿਆ ਵੀ ਇੰਨਾ ਇਹਨੂੰ ਦੇ ਦਈਏ, ਇਹਦਾ ਇੰਨਾ ਹੀ ਬਣਦਾ। ਤੈਂ ਦੱਸਿਆ ਮੈਨੂੰ ਵੀ ਇਹਨਾਂ ਦੇ ਦੇਦਾ, ਮੈਨੂੰ ਕੀ ਪਤਾ? ਖਜ਼ਾਨੇ 'ਚ ਮਾਲ ਜਿਹੜਾ ਪਿਆ ਕੀ ਨਾ ਕਿੰਨਾ ਲੈ ਜਾਣਾ, ਕਢਾਉਣ ਆ ਜਾਣਾ, ਕੀ ਪਤਾ? ਤੇ ਜਿਹੜਾ ਆ ਜਾਣਾ ਉਹਨੇ ਲੈ ਜਾਣਾ। ਹਾਂਜੀ, ਪਾਪ ਪੁੰਨ ਦਊ ਨਿਰਵਰਈ। ਪਾਪ ਔਰ ਪੁੰਨ ਦੋਹਾਂ ਤੇ ਜਦੋਂ ਸੋਚਣਾ ਬੰਦ ਹੋ ਜਾਂਦਾ, ਪਾਪ ਪੁੰਨ ਖਤਮ ਨਹੀਂ ਹੋਏ।
ਸੋਚਣ ਨਾਲ ਪੁੰਨ ਪਾਪ ਨੇ। ਜਦ ਸਮਝਦਾ ਫਿਰ ਪੁੰਨ ਪਾਪ ਨਹੀਂ ਰਹਿੰਦਾ। ਜਦ ਸਮਝ ਲੈਂਦਾ ਫਿਰ ਪੁੰਨ ਪਾਪ ਕੋਈ ਨਹੀਂ। ਪਾਣਾ ਮਨ ਪਾਣੇ ਜੋ ਰਿਹਾ ਨਿਊਟਰਲ ਗੇਅਰ ਲਾਤਾ, ਆਪ ਨਹੀਂ ਕੁਝ ਕਰ ਰਿਹਾ, ਬਸ ਇਹਦਾ ਕੀ ਨਿਊਟਰਲ ਹੈ? ਨਿਊਟਰਲ ਹੈ, ਇਹਦਾ ਗੇਅਰ ਨਿਊਟਰਲ ਹੈ। ਹਾਂ, ਫੱਫਾ ਬਿਨ ਫੂਲੇ ਫਲ ਹੋਈ, ਤਾ ਫਲ ਫੰਕ ਲਖੈ ਜੋ ਕੋਈ। ਦੂਨ ਨ ਪਰਈ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ। ਕਿਸੇ ਵੀ ਬਿਰਛ ਨੂੰ ਜਦ ਫਲ ਲੱਗਦਾ ਹੈ ਤਾਂ ਫੁੱਲ ਪਹਿਲਾਂ ਹੁੰਦੇ ਨੇ, ਪਰ ਐਸ ਅਵਸਥਾ ਜਦ ਫਲ ਲੱਗਦਾ ਹੈ ਨਾ, ਫਿਰ ਫੁੱਲ ਨਹੀਂ ਹੁੰਦਾ। ਫੁੱਲ ਪਹਿਲਾਂ ਆ ਚੁੱਕੇ। ਫੁੱਲ ਕੀ ਹੁੰਦੇ? ਫੁੱਲ ਤਾਂ ਉਹ ਸੀਗੇ ਜਿਹੜੇ ਫੋਕੜ ਧਰਮ ਕਛੂ ਫੜਨਾ ਸੀ, ਜਿਹੜੇ ਫੋਕੇ ਧਰਮ ਪਹਿਲਾਂ ਕੀਤੇ ਨੇ ਨਾ ਗੁਰਬਾਣੀ ਤੋਂ ਪਹਿਲਾਂ ਪੁੰਨ ਪਾਪ ਹੈ ਫੁੱਲ ਤੇ ਪਹਿਲੇ ਫੁੱਲ ਉਹੀ ਤੇ ਫੁੱਲ। ਜਦ ਗੁਰਮਤ ਨੂੰ ਮੰਨਣ ਲੱਗ ਗਿਆ ਫੁੱਲ ਝੜਨਗੇ ਤਾਂ ਮਨ ਹੋਊਗੀ। ਫੁੱਲ ਜਿੰਨਾ ਚਿਰ ਹੈਗੇ ਨੇ ਮਨ ਨਹੀਂ ਹੁੰਦੀ। ਅਗਿਆਨਤਾ ਤੋਂ ਬਾਅਦ ਮਨ। ਜਿੰਨਾ ਚਿਰ ਮੈਂ ਕੁਝ ਕਰਦਾ ਮੰਨਦਾ ਉਹਨਾਂ ਚਿਰ ਫੁੱਲੇ ਫੁੱਲ ਹੈ, ਫਲ ਨਹੀਂ ਹੈ। ਫਲ ਕੀ ਹੈ? ਮੈਨੂੰ ਉਹ ਸੋਝੀ ਮਿਲ ਜਵੇ, ਇਹ ਫਲ ਹੈ। ਸੋਝੀ ਤੋਂ ਪਹਿਲਾਂ ਫੁੱਲ ਹੈ। ਸੋਝੀ ਤੋਂ ਪਹਿਲਾਂ ਜੋ ਕਬੀਰ ਫਿਰ ਰਿਹਾ, ਜੋ ਕਰ ਰਿਹਾ, ਜੋ ਕਬੀਰ ਨੇ ਕੀਤਾ, ਫੁੱਲ ਹੈ। ਫੁੱਲ ਤੋਂ ਪ੍ਰਾਪਤੀ ਕੁਝ ਨਹੀਂ ਹੋਈ। ਜਦ ਉਹਨੂੰ ਫਲ ਕੀ ਸੀ? ਫਲ ਸੀ ਗਿਆਨ। ਗਿਆਨ ਫਲ ਲੱਗ ਗਿਆ। ਜਦ ਫਲ ਲੱਗਿਆ ਗਿਆਨ ਦਾ ਫੁੱਲ ਝੜ ਗਿਆ। ਸਭ ਕਰਮ ਕਾਂਡ ਛੱਡਤੇ। ਜਦ ਗੁਰਬਾਣੀ ਦਾ ਗਿਆਨ ਪ੍ਰਾਪਤ ਹੋ ਜਾਣਾ, ਜੋ ਗੁਰਦੁਆਰੇ 'ਚ ਹੋ ਰਿਹਾ ਸਭ ਝੂਠ ਲੱਗਣਾ, ਸਭ ਛੱਡਣਾ ਪੈਣਾ, ਤਿਆਗ ਹੋ ਜਾਣਾ। ਕਿਉਂਕਿ ਇਹਦੀ ਸੋਝੀ ਹੈ ਨਹੀਂ, ਇਸ ਕਰਕੇ ਹੋ ਰਿਹਾ ਸਾਰਾ ਕੁਝ। ਜਿਹਨੂੰ ਸੋਝੀ ਹੋ ਗਈ ਛੱਡ ਦਿੰਦਾ, ਕਿਉਂਕਿ ਮੰਦਰਾਂ ਦੀ ਰੀਸ ਹੈ ਉਹ ਜੋ ਹੋ ਰਿਹਾ। ਜੋ ਉੱਥੇ ਹੋ ਰਿਹਾ ਮੰਦਰਾਂ 'ਚ ਵੀ ਉਹੀ ਹੋ ਰਿਹਾ। ਗੁਰਬਾਣੀ ਦੀ ਸੋਝੀ ਵਾਸਤੇ ਜੇ ਕੁਝ ਕਰ ਰਿਹਾ ਹੈ ਵੀ ਮੈਨੂੰ ਸੋਝੀ ਆ ਜਾਵੇ, ਫਿਰ ਤਾਂ ਉਹ ਫੁੱਲ, ਫਿਰ ਤਾਂ ਸਾਰਥਕ ਹੈ। ਜੋ ਕਹੇ ਇਹੀ ਠੀਕ ਹੈ ਕਹਾਣੀ, ਕੁਛ ਵੀ ਬਦਲਣਾ ਨਹੀਂ, ਉੱਥੇ ਜਾ ਕੇ ਫਿਰ ਉਹ ਦੁਰਮਤ ਬਣ ਜੂਗੀ। ਹਾਲਤ ਹੀ ਮਨਮਤ ਹੈ। ਜਿੱਥੇ ਤੱਕ ਮਨਮਤ ਹੈ ਉੱਥੇ ਫੁੱਲ ਹੁੰਦੇ ਨੇ। ਜਦ ਦੁਰਮਤ ਬਣ ਜਾਂਦੀ ਹੈ ਨਾ, ਫਿਰ ਪੇੜ ਸੁੱਕ ਜਾਂਦਾ, ਨਾ ਉਹਨੂੰ ਪੱਤਾ, ਨਾ ਫੁੱਲ, ਨਾ ਫਲ, ਕੁਝ ਵੀ ਨਹੀਂ ਰਹਿੰਦਾ। ਸੁੱਕੇ ਨੂੰ ਕੀ ਲੱਗਦਾ? ਕੁਝ ਵੀ ਨਹੀਂ। ਫਿਰ ਤਾਂ ਸੁੱਕੇ ਕਾਸ਼ਟ ਹਰਿਆ ਤਾਂ ਹੀ ਕਿਹਾ। ਹਰਾ ਉਹ ਵੀ ਹੋ ਜਾਂਦਾ ਜੇ ਮੰਨ ਲਵੇ। ਹੈ ਛੱਡ ਕੇ ਇੱਧਰ ਆ ਜਾਵੇ, ਕੀ ਛੱਡ ਕੇ ਉਹ ਇੱਧਰ ਆ ਜਾਵੇ ਜਦੇ ਮੰਨ ਲਵੇ। ਫੁੱਲ ਵੀ ਨਹੀਂ ਉਹਨੂੰ ਲੱਗਦਾ, ਉਹਨੂੰ ਫੁੱਲ ਦੀ ਪ੍ਰਾਪਤੀ ਵੀ ਨਹੀਂ, ਕਿਉਂਕਿ ਫੁੱਲ ਵਾਸਤੇ ਨਹੀਂ ਕਰ ਰਿਹਾ, ਸੱਚ ਮੰਨ ਕੇ ਕਰ ਰਿਹਾ। ਸੱਚ ਮੰਨ ਕੇ ਕਰ ਰਿਹਾ। ਜੇ ਫੁੱਲ ਮੰਨ ਕੇ ਕਰ ਰਿਹਾ, ਜਿਹੜੇ ਫੁੱਲ ਮੰਨ ਕੇ ਕਰਦੇ ਸੀ ਉਹਨਾਂ ਨੂੰ ਫਲ ਲੱਗ ਗਿਆ, ਉਹਨਾਂ ਨੂੰ ਇਹ ਫਲ ਲੱਗਦਾ। ਗੁਰੂ ਅਮਰਦਾਸ ਫੁੱਲ ਮੰਨ ਕੇ ਕਰਦਾ ਸੀ। ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਕੁਛ। ਅਵਸਥਾ ਕਿੰਨੀ ਉੱਚੀ ਸੀ, ਜੋ ਅਸਲੀ ਚੀਜ਼ ਹੈ ਨਹੀਂ। ਛੁੱਟਣ ਕੀ ਵਿਧੀ ਦਾ ਨਹੀਂ ਸੀ ਪਤਾ। ਫਸਿਆ ਹੋਇਆ ਬਾਹਰ ਨਿਕਲ ਗਿਆ ਸੀ, ਮਾਇਆ ਤੋਂ ਬਾਹਰ ਨਿਕਲ ਗਿਆ ਸੀ। ਮਾਇਆ ਤੋਂ ਤਾਂ ਬਾਹਰ ਨਿਕਲ ਗਏ ਸੀ। ਮਾਇਆ 'ਚ ਫਸਣ ਵਾਲੀ ਤਾਂ ਗੱਲ ਜਿਹੜੀ ਸੀ ਸਮਝ ਲਈ ਸੀ, ਪਰ ਛੁੱਟਣ, ਉਦੋਂ ਉੱਪਰ ਉੱਠਣ ਦੀ ਗੱਲ ਜਿਹੜੀ ਸੀ ਉਹ ਗੁਰਮਤਿ ਸੀ। ਉਹ ਉਹਨਾਂ 'ਚ ਹੈ ਨਹੀਂ ਸੀ, ਉਹਨਾਂ 'ਚ ਹੈ ਨਹੀਂ ਸੀ। ਇੱਥੇ ਤਾਂ ਲੋੜ ਹੀ ਨਹੀਂ। ਇੱਥੇ ਕੀ ਹੈ? ਇੱਥੇ ਬਿਨ ਫੁੱਲੇ ਫਲ ਹੋਈ। ਗੁਰੂ ਘਰ ਦੀ ਪੜ੍ਹਾਈ 'ਚ ਫੁੱਲ ਦੀ ਲੋੜ ਹੀ ਨਹੀਂ ਹੈ, ਕਰਮ ਕਾਂਡ ਦੀ ਲੋੜ ਹੀ ਨਹੀਂ ਹੈ। ਹੁਣ ਸਮਝ ਲੱਗੀ ਗੱਲ ਦੀ। ਦੂਜੀਆਂ ਬੱਤਾਂ ਜੋ ਕੀਤਾ ਉਹ ਫੁੱਲ ਤੱਕ ਪਹੁੰਚਾ ਰਹੀਆਂ ਨੇ। ਇੱਧਰ ਤਾਂ ਫੁੱਲ ਦੀ ਵੀ ਲੋੜ ਨਹੀਂ।
ਉਹਨਾਂ ਦੀ ਮੁੱਢ ਤੋਂ ਹੀ ਫੁੱਲ ਵਾਲੇ ਰਾਹ ਪਾਇਆ ਹੀ ਨਹੀਂ। ਕਿਹਨੂੰ? ਦੋ ਗੁਰੂ ਅੰਗਦ ਔਰ ਅਮਰਦਾਸ ਦੋਨੋਂ ਉਪਦੇਸ਼ ਕੀਤਾ ਨਾ। ਦੋਹਾਂ ਦਾ ਫੁੱਲ ਝਾੜ ਕੇ ਫਲ ਬਣੇ ਨਾ। ਰਾਮਦਾਸ ਦਾ ਕਿਉਂ ਨਹੀਂ ਬਣੇ? ਗੁਰੂ ਘਰ ਚੋਂ ਸਿੱਧੀ ਡਾਇਰੈਕਟ ਪੜ੍ਹਾਈ ਹੋਈ ਹੈ। ਧੰਨ ਧੰਨ ਰਾਮਦਾਸ ਗੁਰ ਜਿਹਨੂੰ ਸਰਿਆ ਤੈਨੂੰ ਸਵਾਰਿਆ। ਫੁੱਲ ਦੀ ਕੀ ਲੋੜ ਹੈ? ਫੁੱਲ ਦੀ ਕੀ ਲੋੜ ਹੈ? ਇੱਥੇ ਵਰਿਓ ਕਿਉਂ ਨਹੀਂ ਆਇਆ? ਵਰਿਓ ਉੱਥੇ ਹੈ ਜਿੱਥੇ ਪਹਿਲਾਂ ਮਨੌਤਾਂ ਹੋਰ ਨੇ, ਉਹ ਮਨੌਤਾਂ ਛੱਡਣੀਆਂ ਨੇ। ਪਹਿਲਾਂ ਭਾਂਡਾ ਜਿਹੜਾ ਉਹ ਪਲਟ ਕੇ ਤੂੰ ਧੋਣਾ, ਫਿਰ ਦੁੱਧ ਦੁਬਾਰਾ ਪਾਉਣਾ। ਉੱਥੇ ਤਾਂ ਪਹਿਲੇ ਦੁੱਧ ਪਿਆ ਸੀ, ਬਚਪਨ 'ਚ ਦੁੱਧ ਪਿਆ ਸੀ, ਬਚਪਨ 'ਚ ਗੁਰੂ ਘਰ 'ਚ ਸੀ। ਉਹਦੇ ਬਾਅਦ ਕਿਤੇ ਨੂੰ ਵਰਿਓ ਆਇਆ ਨਹੀਂ ਲਫ਼ਜ਼। ਅਮਰਦਾਸ ਦੇ ਬਾਅਦ ਨਾ ਰਾਮਦਾਸ ਦੇ ਬਾਅਦ ਵਰਿਓ ਲਫ਼ਜ਼ ਨਹੀਂ ਆਇਆ ਕਿਤੇ ਵੀ। ਆਇਆ ਕਿ ਉਪਦੇਸ਼ ਤਾਂ ਹੋਇਆ ਪਰ ਉਹ ਨਹੀਂ ਆਇਆ। ਕਿਉਂ ਨਹੀਂ ਆਇਆ? ਡਾਇਰੈਕਟ ਪੜ੍ਹਾਈ ਹੈ, ਫੁੱਲ ਵਾਲੀ ਪੜ੍ਹਾਈ ਨਹੀਂ ਹੈ। ਫੱਫਾ ਬਿਨ ਫੁੱਲੇ ਭਾਵੇਂ ਕਬੀਰ ਨੂੰ ਫੁੱਲ ਤੋਂ ਫਲ ਮਿਲਿਆ, ਪਰ ਉਹ ਕਹਿੰਦਾ ਜੇ ਡਾਇਰੈਕਟ ਪੜ੍ਹਾਈ ਹੁੰਦੀ ਤਾਂ ਫੁੱਲ ਦੀ ਲੋੜ ਨਹੀਂ ਸੀ। ਸਮਝਿਆ ਗੱਲ ਕੀ ਹੈ? ਇਹ ਪੜ੍ਹਾਈ 'ਚ ਫੁੱਲ ਦੀ ਲੋੜ ਨਹੀਂ, ਕਰਮ ਕਾਂਡ ਦੀ ਲੋੜ ਨਹੀਂ ਹੈ। ਗੁਰੂ ਘਰ ਨੂੰ ਕਰਮ ਕਾਂਡ ਦੀ ਕੋਈ ਲੋੜ ਨਹੀਂ। ਗੁਰਮਤਿ ਨੂੰ ਜੇ ਬਚਪਨ ਤੋਂ ਪੜ੍ਹਾਈਏ, ਕਰਮ ਕਾਂਡ ਦਾ ਮਤਲਬ ਹੀ ਨਹੀਂ ਹੈ ਇਹਦੇ ਵਿੱਚ। ਤਾਂ ਗਿਆਨ ਹੈ, ਗਿਆਨ ਪਿਆ ਤਾਂ ਕਰਮੇ ਨਾਸ। ਜਦ ਗਿਆਨ ਪਹਿਲਾਂ ਹੀ ਹੋ ਜਾਣਾ, ਕਰਮ ਦਾ ਨਾਸ ਪਹਿਲਾਂ ਹੀ ਹੋ ਜਾਣਾ। ਨਹੀਂ ਕਰਮ ਦਾ ਨਾਸ ਤੁਹਾਨੂੰ ਗਿਆਨ ਕਰਾ ਕੇ ਕਰਮ ਛਡਾਉਣਾ ਪੈਣਾ। ਗਿਆਨ ਕਰਾ ਕੇ ਕਰਮ ਛਡਾਉਣਾ ਪੈਣਾ। ਗਿਆਨ ਕਰਾ ਕੇ ਰਹਿਤ ਛਡਾਉਣੀ ਪੈਣੀ ਹੈ। ਨਾ ਮਰਿਆਦਾ ਛਡਾਉਣੀ ਪੈਣੀ ਹੈ, ਰਹਿਤ ਤਾਂ ਰੱਖਣੀ ਪੈਣੀ ਹੈ। ਰਹਿਤ ਕੀ ਹੁੰਦੀ ਹੈ? ਰਹਿਤ ਰਹਿ ਜਾਏ ਵਕਾਰਾਂ। ਵਕਾਰਾਂ ਤੋਂ ਦੂਰੀ ਬਣਾਉਣੀ ਉਹ ਰਹਿਤ ਹੈ। ਵਕਾਰ ਨਹੀਂ ਬਣ ਦੇਣੇ। ਸੰਤੋਖ ਦਾ ਸੂਤ ਜਾਂ ਖਿੱਚ ਤਾਂ ਲਕੀਰ ਹੀ ਰਹਿਤ ਹੈ, ਇਹਦਾ ਨਹੀਂ ਬਣ ਦੇਣਾ। ਅੱਡ ਰਹਿਣਾ ਵਕਾਰਾਂ ਤੋਂ, ਵੱਖਰਾ ਹੋ ਕੇ ਰਹਿਣਾ ਇਹਨਾਂ ਤੋਂ। ਕੁਝ ਸੰਗੀਆਂ ਤੋਂ ਵੱਖਰੇ ਹੋ ਕੇ ਰਹਿਣਾ। ਮਨਮੁਖਾਂ ਦੀ ਸੰਗਤ ਨਹੀਂ ਕਰਨੀ, ਸੰਗਤ ਦੀ ਸੰਗਤ ਨਹੀਂ ਕਰਨੀ। ਰਹਿਤ ਹੈ ਇਹ, ਪਰ ਇਹ ਤਾਂ ਕਹੀ ਨਹੀਂ ਸਾਡੇ। ਸੰਗਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਰਹਿਤ ਹੈ। ਉਹਨਾਂ ਨੇ ਰਹਿਤ ਦੇ ਨਾਲ ਮਰਿਆਦਾ ਲਾ ਲਿਆ। ਉਹ ਫੁੱਲਾਂ ਵਾਲੀ ਬਣ ਗਈ, ਹੁਣ ਹਿੰਦੂ ਮਤ ਬਣ ਗਿਆ। ਉਹ ਜੇ ਰਹਿਤ ਨਾਲ ਮਰਿਆਦਾ ਲੱਗ ਗਈ ਤੇ ਸੰਗਤ ਉਹਨਾਂ ਦੀ ਆ ਬੜਿਆ, ਉਹਨਾਂ ਵਾਲਾ ਸਭ ਕੁਛ ਉਹਨਾਂ ਵਾਲਾ ਬੜਿਆ। ਸੰਧਿਆ ਵੀ ਆ ਬੜੀ, ਪ੍ਰਭਾਤ ਉਹ ਵੀ ਆ ਬੜੀ, ਅੰਮ੍ਰਿਤ ਵੇਲਾ ਵੀ ਆ ਬੜਿਆ, ਸਭ ਕੁਛ ਆ ਬੜਿਆ। ਸਾਰਾ ਆਰਤੀ ਕਰਮ ਕਾਂਡ ਸਾਰਾ ਹੀ ਆ ਬੜਿਆ। ਤੁਸੀਂ ਇਹ ਨਾ ਕਹੋ ਵੀ ਆਰਤੀ ਕਿਉਂ ਕਰਦੇ ਹੋ, ਕਰਨੀ ਨਹੀਂ ਚਾਹੀਦੀ। ਆਰਤੀ ਦੇ ਮਤਲਬ ਦੱਸੋ, ਆਰਤੀ ਕੀ ਹੁੰਦੀ ਹੈ? ਆਰਤੀ ਦੇ ਤੋਂ ਆਰਤਾ ਵੀ ਕਿਹਾ ਹੋਇਆ। ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ। ਇਹ ਗੋਪਾਲ ਮੈਂ ਤੇਰਾ, ਮੈਂ ਆ ਗਿਆ ਤੇਰੇ ਕੋਲ। ਔਰ ਤੇਰਾ ਰੰਗ ਚਾੜ ਕੇ ਆ ਰਤਾ ਜੋ ਰੱਤੇ ਰੰਗ ਇੱਕ ਕੇ ਨਾਲ ਗੂੜਾ ਰੰਗ। ਜਦ ਉਹਦੇ ਅਰਥ ਸਮਝਾਓਗੇ ਆਪੇ ਛੁੱਟ ਜੂਗਾ ਦੀਵਾ ਦੂਆ, ਆਪੇ ਛੁੱਟ ਜੂ ਦੀਵਾ। ਦੀਵਾ ਤਾਂ ਨਾਮ ਦਾ ਅੰਦਰ ਜਾਲਣਾ, ਬਾਹਰ ਕਾਸ ਨੂੰ ਜਾਲਿਆ। ਪਰ ਜਿਹੜੇ ਵਿਰੋਧ ਕਰਦੇ ਨੇ ਦੀਵਾ, ਉਹਨਾਂ ਨੇ ਕਿਹੜਾ ਜਾਲਿਆ? ਉਹਨਾਂ ਕੋਲ ਦੀਵਾ ਹੈ ਹੀ ਨਹੀਂ। ਉਹਨਾਂ ਦੀਵਾ ਹੀ ਕੋਲ ਹੈ, ਨਾ ਦੀਵਾ ਨਾ ਤੇਲ ਨਾ ਬੱਤੀ, ਕੁਛ ਵੀ ਨਹੀਂ। ਰੌਲਾ ਪਾਉਂਦੇ ਨੇ, ਰੌਲਾ ਐਵੇਂ ਕੁਛ ਨਹੀਂ, ਪੱਲੇ ਕੁਛ ਨਹੀਂ ਹੈ। ਰੌਲੇ ਨਾਲ ਨਹੀਂ ਕਿਸੇ ਨੇ ਮੰਨਣਾ ਗਿਆਨ ਨਾਲ ਹੈ। ਮੰਨਣਾ ਸੋਝੀ ਨਾਲ ਹੈ। ਗੁਰਬਾਣੀ ਦੀ ਸੋਝੀ ਨਾਲ ਹੀ ਮੰਨਣਾ ਹੈ। ਗੁਰਬਾਣੀ ਕੀ ਕਹਿੰਦੀ ਹੈ, ਕੀ ਸਾਨੂੰ ਕਰਨਾ ਚਾਹੀਦਾ ਨਹੀਂ ਚਾਹੀਦਾ। ਇਹ ਨਹੀਂ ਕਿਸੇ ਦੀ ਹਿੰਮਤ ਹੈ ਵੀ ਕਹਿ ਦੇਵੇ ਗੁਰਬਾਣੀ ਇਹ ਕਹਿੰਦੀ ਹੈ ਮੈਂ ਨਹੀਂ ਮੰਨਦਾ। ਇਹ ਨਹੀਂ ਕਹਿ ਸਕਦਾ ਕੋਈ। ਇਹ ਗਿਆ ਤਾਂ ਫਿਰ ਗਿਆ, ਫਿਰ ਉਹ ਨਿਕਲ ਗਿਆ ਗੇਮ ਚੋਂ। ਇਹ ਤਾਂ ਸਿੱਖੀ ਤੋਂ ਕਾਰਜ ਹੋ ਗਿਆ। ਅਸੀਂ ਆਪਣੀ ਮਰਜ਼ੀ ਬਣਾਉਂਦੇ ਹਾਂ, ਗੁਰੂ ਦੀ ਮਰਜ਼ੀ ਨਹੀਂ ਬਣਾਉਂਦੇ। ਆਪਣੀ ਮਰਜ਼ੀ ਬਣਾਉਂਦੇ ਹਾਂ, ਜਿਵੇਂ ਮੈਂ ਸਮਝੀਏ ਉਵੇਂ ਠੀਕ ਹੈ।
ਮੈਂ ਸਮਝਿਆ ਜਿਵੇਂ ਹੋ ਸਕਦਾ ਗਲਤ ਹੋਵੇ, ਤੂੰ ਸਮਝਾ ਦੇ। ਹੋ ਸਕਦਾ ਗਲਤ ਹੋਵੇ, ਕੋਈ ਜ਼ਰੂਰੀ ਥੋੜੀ ਹੈ ਠੀਕ ਹੈ ਹੋਵੇ। ਆਪਾਂ ਬੈਠ ਕੇ ਡਿਸਕਸ ਕਰ ਲੈਂਦੇ ਹਾਂ, ਵਿਚਾਰ ਕਰ ਲੈਂਦੇ ਹਾਂ, ਪਰ ਵਿਚਾਰ ਤਾਂ ਅਸੀਂ ਕਰਨੀ ਨਹੀਂ। ਜੇ ਵਿਚਾਰ ਕਰਨੀ ਨਹੀਂ ਫਿਰ ਅਸੀਂ ਆਪਸ ਵਿੱਚ ਦੁਸ਼ਮਣ ਹਾਂ, ਵਿਰੋਧੀ ਮਤ ਦੇ ਇੱਕ ਦੂਜੇ ਨਾਲ। ਇੱਕ ਮਤ ਵਾਲੇ ਨਹੀਂ ਹੈ, ਇੱਕ ਮਤ ਵਾਲੇ ਵਿਚਾਰ ਕਰਦੇ ਹੁੰਦੇ ਨੇ, ਵਿਰੋਧੀ ਮਤ ਵਾਲਾ ਵਿਚਾਰ ਨਹੀਂ ਕਰਦਾ ਹੁੰਦਾ। ਵਿਦਵਾਨ ਵਿਰੋਧੀ ਮਤ ਵਾਲੇ ਨੇ, ਸਿੱਖ ਕੋਈ ਵੀ ਨਹੀਂ ਹੋਣਾ ਚਾਹੇ। ਸਿੱਖ ਹੋਊਗਾ ਜਿੱਥੋਂ ਵੀ ਸਿੱਖੀ ਦੀ ਗੱਲ ਮਿਲ ਗਈ ਅਡਾਪਟ ਕਰੂਗਾ, ਜਿੱਥੋਂ ਵੀ ਗੱਲ ਮਿਲ ਗਈ ਅਡਾਪਟ ਕਰੂਗਾ। ਜਿਹੜਾ ਆਪਣੇ ਉਸੇ ਤੇ ਅੜਿਆ ਹੋਇਆ, ਜਾਣਦਾ ਹੋਇਆ ਵੀ ਦਲੀਲਾਂ ਉਲਟ ਦੇਈ ਜਾਂਦਾ, ਉਹ ਸਿੱਖ ਨਹੀਂ ਹੈ। ਉਹ ਸਿੱਖ ਹੁਣ ਕਹਿੰਦੇ ਵੀ ਸਿੱਖ ਅਜੋ ਰਾਧਾ ਸੁਆਮੀ ਬਦਲੀ ਜਾਂਦੇ ਨੇ ਆਪਣੇ ਆਪ ਨੂੰ ਸਿੱਖੀ ਦੀ ਗੱਲ ਸੁਣ ਕੇ। ਨਾਮ ਉਹਨਾਂ ਨੇ ਬਦਲ ਲਿਆ, ਨਾਮ ਦਿੱਤਾ ਨਹੀਂ ਜਾ ਸਕਦਾ। ਪੁੰਨ ਪਾਪ ਉਹਨਾਂ ਨੇ ਬਦਲ ਲਿਆ, ਮਾਸ ਦਾ ਉਹਨਾਂ ਨੇ ਬਦਲ ਲਿਆ। ਨਵੀਆਂ ਕਿਤਾਬਾਂ 'ਚ ਪਹਿਲਾਂ ਕਹਿੰਦੇ ਦੋ ਤੱਤ ਹੁੰਦੇ ਨੇ, ਫਲਾਨੀ ਚੀਜ਼ 'ਚ ਇੱਕ ਤੱਤ ਹੁੰਦਾ, ਪੰਜ ਤੱਤ ਨਹੀਂ ਹੁੰਦੇ, ਉਹ ਬਦਲ ਲਿਆ ਉਹਨਾਂ ਨੇ। ਦੇਹ ਦੇ ਦਰਸ਼ਨ ਬੰਦ ਕਰਤੇ ਹੈਂ, ਦੇਹ ਦੇ ਦਰਸ਼ਨ ਬੰਦ ਕਰਤੇ। ਉਹ ਬਦਲੀ ਜਾਂਦੇ ਨੇ ਸੁਣ ਕੇ, ਇਹ ਉੱਥੇ ਖੜੇ ਨੇ। ਜਿਹਦੇ ਵਿੱਚ ਚੇਂਜ ਨਹੀਂ ਆਉਂਦੀ, ਉਹਦੇ ਡਿਵੈਲਪਮੈਂਟ ਕਿਵੇਂ ਹੋ ਜੂ? ਡਿਵੈਲਪਮੈਂਟ ਚੇਂਜ ਨਾਲੇ ਮਨ ਪ੍ਰਬੋਧੋ ਹਰ ਕੇ ਨਾ ਦੇ ਤਾਵਤ ਆਵੇ ਠਾਏ। ਮਨ ਟਿਕੂ ਕਿਵੇਂ? ਪ੍ਰਬੋਧ ਤੇ ਟਿਕੂਗਾ। ਜਿਉਂ ਜਿਉਂ ਤੇ ਚਿੱਟਾ ਰੰਗ ਜਾਊਗਾ, ਜਿਹੜੇ ਕਾਲ ਕਾ ਆਪੇ ਥੱਲੇ ਰਹਿ ਜੂਗੀ। ਕੋਟ ਦੇਈ ਜਾਓ, ਚਿੱਟੇ ਚਿੱਟੇ ਕੋਟ ਕਰੀ ਜਾਓ, ਤੇ ਚਾੜੀ ਜਾਓ ਰੰਗ ਤੇ ਰੰਗ। ਚਿੱਟਾ ਰੋਜ਼ ਆਪੇ ਥੱਲੇ ਦਿਖਣਾ ਹੀ ਨਹੀਂ। ਉਹ ਤੈ ਤਾਵਤ ਆਵੇ ਠਾਏ, ਜਦ ਤੱਕ ਤੈ ਤੋ ਤਾਉਂਦਾ ਟਿਕਾਣੇ ਨਹੀਂ ਆਉਂਦਾ, ਜਦ ਤੱਕ ਪ੍ਰਬੋਧੀ ਜਾਓ ਇਹਨੂੰ। ਨਵੇਂ ਤੋਂ ਨਵਾਂ ਉੱਚੇ ਤੋਂ ਉੱਚਾ ਗਿਆਨ ਦੇਈ ਜਾਓ ਇਹਨੂੰ। ਜਿੰਨਾ ਚਿਰ ਗੋਤਾ ਜ਼ਿਆਦਾ ਭਜਦਾ, ਉੱਤੇ ਬੋਝ ਲੱਦੀ ਜਾਓ ਇਹਦੇ। ਖਰਕਾ ਪੈਕਣ ਤਾਂ ਛੁੱਟੇ ਜਾਂ ਉੱਪਰ ਲਾਦਾ, ਉਹਨਾਂ ਚਿਰ ਇਹਨੂੰ ਬੰਨ ਕੇ ਨਾ ਤੇ ਲੱਦੀ ਜਾਓ ਬੋਝ। ਗਿਆਨ ਦਾ ਬੋਝ ਲੱਦੀ ਜਾਓ। ਗਿਆਨ ਗੁਣ ਭਰ ਹਾਂ, ਇਹਦੇ ਤੇ ਗੁਣ ਪਾ ਕੇ ਗਿਆਨ ਨਾ ਭਰੋ ਇਹਨੂੰ। ਅਸੀਂ ਕਰਮ ਕਾਂਡ ਨਾ ਭਰਨ ਲੱਗੇ। ਤਾ ਫਲ ਫੰਕ ਲਖੈ ਜੋ ਕੋਈ, ਤਾ ਫਲ ਫੰਕ ਲਖੈ ਜੋ ਕੋਈ। ਫਲ ਲੱਗੂਗਾ ਬਿਨਾਂ ਫੁੱਲ ਤੇ। ਫੁੱਲ ਨਹੀਂ ਆਉਣਾ, ਸਿੱਧਾ ਫਲ ਆਉਂਦਾ। ਕੀ ਹੁੰਦਾ ਫਲ? ਕੀ ਹੁੰਦਾ ਫੁੱਲ? ਕੀ ਹੁੰਦਾ? ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਫੁੱਲ ਤਾਂ ਜਦ ਸੀ, ਜਿਹੜਾ ਫੁੱਲ ਸੀ ਉਹਦੇ ਨਾਲ ਤਾਂ ਸਾਨੂੰ ਗੁਰਮਤਿ ਗੁਰੂ ਸਿੱਖਾਂ ਦੇ ਘਰ ਜਨਮ ਮਿਲਿਆ। ਉਹ ਸਿੱਖਾਂ ਦੇ ਘਰ ਜਿਹੜਾ ਜਨਮ ਮਿਲਿਆ, ਉਹ ਫੁੱਲ ਪਹਿਲਾਂ ਹੀ ਝੜ ਗਿਆ। ਉਹ ਫੁੱਲ ਕਰਕੇ ਹੀ ਮਿਲਿਆ ਜਨਮ। ਹੁਣ ਤਾਂ ਸਾਡਾ ਫਲ ਦਾ ਹੀ ਨੰਬਰ ਹੈ, ਸਾਡਾ ਨਹੀਂ ਫੁੱਲ ਦਾ ਨੰਬਰ। ਫੁੱਲ ਦਾ ਨੰਬਰ ਉਹ ਜਿਹੜੇ ਹੋਰ ਘਰ 'ਚ ਜੰਮੇ ਹੋਏ ਨੇ। ਜਿਹਦਾ ਡਾਇਰੈਕਟ ਸਿੱਖਾਂ ਦੇ ਘਰ ਜਨਮ ਹੋਇਆ, ਗੁਰੂ ਰਾਮਦਾਸ ਦਾ ਜਨਮ ਸਿੱਖਾਂ ਦੇ ਘਰ ਹੋਇਆ ਡਾਇਰੈਕਟ, ਤਾਂ ਨਹੀਂ ਫੁੱਲ ਲੱਗਿਆ। ਫਿਰ ਆ ਗਈ ਉੱਥੇ ਗੱਲ, ਜਿਨ੍ਹਾਂ ਦਾ ਸਿੱਧਾ ਘਰ ਗੁਰੂ ਘਰ ਜਨਮ ਹੋਇਆ, ਉਹਨਾਂ ਨੂੰ ਫੁੱਲ ਦੀ ਲੋੜ ਕੀ ਪਈ ਹੈ? ਉਹ ਦੂਏ ਘਰ ਜਨਮੇ ਸੀ, ਹਿੰਦੂ ਘਰ, ਉਹਨਾਂ ਨੂੰ ਫੁੱਲ ਸੀ। ਉਹ ਝਾੜੇ ਫਿਰ ਤਾਂ ਦੂਆ ਮਨੌਤਾਂ ਸੀ ਉਹ ਖਤਮ ਕੀਤੀਆਂ। ਦੇਵੀ ਵਾਲੀ ਮਨੌਤ ਜੋ ਵੀ ਕੁਛ ਸੀ, ਉਹ ਸਾਰਾ ਉਹਨਾਂ ਦਾ ਲਾਹ ਕੇ ਨਾ ਪਹਿਲਾ ਰੰਗ ਉਹ ਦੂਆ ਚਾੜਿਆ ਉਹਨਾਂ ਨੂੰ। ਉਹਨੂੰ ਟਾਈਮ ਵੀ ਲੱਗਦਾ। ਜਿਨ੍ਹਾਂ ਦਾ ਸਿੱਧਾ ਸਿੱਖਾਂ ਦੇ ਘਰ ਜਨਮ ਹੋਇਆ, ਫੁੱਲ ਤਾਂ ਇਹਨਾਂ ਦੇ ਪਹਿਲਾਂ ਹੋ ਚੁੱਕਿਆ, ਉਹ ਪ੍ਰੋਸੀਜਰ ਇਹਨਾਂ ਨੂੰ ਬੀਤ ਚੁੱਕਿਆ। ਜੇ ਅਸੀਂ ਇੱਥੇ ਆ ਕੇ ਫਿਰ ਅਡਾਪਟ ਕਰ ਲਿਆ, ਸਾਡੀ ਬਦਕਿਸਮਤੀ ਹੈ। ਕਿਉਂਕਿ ਬਾਅਦ ਦੇ ਵਿੱਚ ਕੀ ਹੋਇਆ, ਬਾਅਦ ਦੇ ਵਿੱਚ ਘੁਸਪੈਠ ਕਰ ਗਏ ਹਿੰਦੂ ਮਤ ਸਾਡੇ 'ਚ। ਉਹ ਜਿਹੜੇ ਘੁਸਪੈਠ ਕਰ ਗਏ ਸਨਾਤਨੀ ਸਿੱਖ, ਜਿਹੜੇ ਵੈਗਰੂ ਵਾਲੇ ਨੇ, ਹੋਰ ਨੇ, ਸੰਤ ਨੇ, ਇਹ ਉਹਨਾਂ ਨੇ ਬੇੜਾ ਗਰਕ ਕੀਤਾ। ਜਿਹੜੇ ਫਲ ਵਾਲੇ ਤੇ ਸਿੱਧੇ ਹਾਸ਼ੀਏ ਤੇ ਬੈਠੇ ਨੇ, ਉਹਨਾਂ ਦੀ ਅਸੀਂ ਮੰਨਦੇ ਨਹੀਂ। ਉਹਨਾਂ ਦੀ ਕੋਈ ਵੀ ਨਹੀਂ ਮੰਨਦਾ ਹੁੰਦਾ। ਪਹਿਲਾਂ ਕਿਹੜਾ ਨਾਨਕ ਦੀ ਮੰਨਦੇ ਸੀ, ਇਹ ਉਹਨਾਂ ਦੀ ਮੰਨਣ ਨਹੀਂ ਦਿੰਦੇ। ਉਹਨਾਂ ਨੂੰ ਕਮਲੇ ਸਮਝਦੇ ਨੇ।
ਕਹਿੰਦੇ ਹੁੰਦੇ ਨੇ ਕਮਲੇ ਭਗਤਾਂ ਨੂੰ, ਜੇ ਕਮਲਾ ਨਹੀਂ ਭਗਤ ਕਾਹਦਾ, ਜੇ ਕਮਲਾ ਨਹੀਂ ਤਾਂ ਭਗਤ ਕਾਹਦਾ। ਰਾਮ ਕੀ ਉਹ ਬੋਰਾ ਕਹਿ ਰਿਹਾ ਕਬੀਰ ਵੀ, ਰਾਮ ਨੇ ਬੋਰਾ ਕੀਤਾ, ਪਰ ਫਿਰ ਇਹ ਵੀ ਕਹਿ ਰਿਹਾ ਸੋ ਬੋਰਾ ਜੋ ਆਪ ਨੂੰ ਪਛਾਣੇ। ਅਸਲ ਬੋਰਾ ਉਹ ਹੈ, ਐਕਚੁਅਲੀ ਬੋਰਾ ਤਾਂ ਉਹੀ ਹੈ ਜਿਹਨੇ ਆਪਣਾ ਆਪ ਨਹੀਂ ਪਛਾਣਿਆ, ਜਿਹੜਾ ਆਤਮ ਗਿਆਨੀ ਨਹੀਂ, ਜਿਹਨੇ ਆਤਮ ਨਹੀਂ ਖੋਜਿਆ। ਤਾਂ ਫਲ ਫੰਕ ਲਖੈ ਜੋ ਕੋਈ, ਤਾਂ ਫਲ ਫੰਕ ਲਖੈ ਜੋ ਕੋਈ, ਉਸ ਫਲ ਦੀ